ਅੱਜ ਦਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਜੇਸ਼ ਮਹਿਰਾ। ਅੱਜ ਇੱਕ ਬੜੇ ਗੰਭੀਰ ਮੁੱਦੇ ਤੇ ਚਰਚਾ ਕਰਾਂਗੇ। ਮੁੱਦਾ ਪੰਜਾਬ ਨਾਲ ਜੁੜਿਆ ਹੋਇਆ, ਦੁਖਦਾਈ ਵੀ ਹੈ। ਕਹਿੰਦੇ ਨੇ ਜਦੋਂ ਨਸ਼ਿਆਂ ਨੂੰ ਹਟਾਉਣ ਵਾਸਤੇ, ਨਸ਼ਿਆਂ ਤੇ ਨੱਥ ਪਾਉਣ ਵਾਸਤੇ ਦਾਅਵੇ ਤੇ ਵਾਅਦੇ ਕੀਤੇ ਗਏ ਤੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਅੱਜ ਨਜਾਇਜ਼ ਜ਼ਹਿਰੀਲੀ ਸ਼ਰਾਬ ਦੇ ਕਾਰਨ ਘਿਰ ਗਈ ਹੈ। ਕਾਂਗਰਸ ਸਰਕਾਰ ਤੇ ਆਰੋਪ ਲੱਗ ਰਿਹਾ, ਇੱਕ ਪਾਸੇ ਤਾਂ ਕਰੋਨਾ ਨਾਲ ਲੋਕ ਮਰ ਰਹੇ ਨੇ, ਦੂਜੇ ਪਾਸੇ ਕੇਂਦਰ ਸਰਕਾਰ ਨੇ ਵੀ ਝਾੜਿਆ ਸੀ, ਵਿਰੋਧੀਆਂ ਨੇ ਵੀ ਝਾੜਿਆ ਸੀ ਕਿ ਲਾਕਡਾਊਨ ਦੇ ਅੰਦਰ ਨਜਾਇਜ਼ ਸ਼ਰਾਬ ਵਿਕ ਰਹੀ ਆ, ਇੱਥੇ ਠੱਲ ਪਾਓ। ਕੱਲ ਬੀਤੇ ਦਿਨੀ ਠੱਲ ਤਾਂ ਕੀ ਪਾਣੀ ਸੀ, ਬਹੁਤ ਵੱਡੀ ਘਟਨਾ ਘਟ ਗਈ ਆ। ਜ਼ਹਿਰੀਲੀ ਸ਼ਰਾਬ ਵੇਚਣ ਵਾਲੇ ਬੰਦਿਆਂ ਨੇ ਲੋਕਾਂ ਨੂੰ ਸ਼ਰਾਬ ਪਿਲਾ ਦਿੱਤੀ ਤੇ ਲੋਕਾਂ ਨੂੰ ਮੌਤ ਦਾ ਘਾਟ ਉਤਾਰ ਦਿੱਤਾ। ਉਹ ਸ਼ਰਾਬ ਦਾ ਜਾਮ ਨਹੀਂ ਸੀ, ਮੌਤ ਦਾ ਜਾਮ ਸੀ। ਕੱਲ ਤੱਕ ਤਾਂ 49 ਲੋਕ ਇਸ ਤੇ ਜਾਨ ਗਵਾ ਚੁੱਕੇ ਸੀ। ਕਾਫੀ ਲੋਕ ਹਸਪਤਾਲ ਦੇ ਵਿੱਚ ਭਰਤੀ ਵੀ ਸੀਗੇ। ਚਰਚਾ ਕਰ ਰਹੇ ਆ, ਇਸ ਵੇਲੇ ਲਗਭਗ 6 ਵੱਜ ਚੁੱਕੇ ਨੇ ਸ਼ਾਮ ਦੇ। ਖਬਰ ਇਹ ਆ ਰਹੀ ਆ ਭਈ 65 ਤੋਂ 70 ਬੰਦਿਆਂ ਦੀ ਜਾਨ ਜਾ ਚੁੱਕੀ ਆ। ਸੂਤਰ ਤਾਂ ਇਹ ਵੀ ਦੱਸਦੇ ਨੇ ਵੀ ਸ਼ਾਇਦ ਹੋਰ ਵੀ ਇਹ ਗਿਣਤੀ ਵੱਧ ਸਕਦੀ ਹੈ। ਅਧਿਕਾਰਿਕ ਤੌਰ ਤੇ ਹਲੇ ਪੁਖਤਾ ਸਾਨੂੰ ਨਹੀਂ ਪਤਾ ਲੱਗਿਆ, ਕਿਉਂਕਿ ਜਦ ਤੱਕ ਪ੍ਰਸ਼ਾਸਨ ਨਹੀਂ ਕਹਿੰਦਾ ਅਸੀਂ ਨਹੀਂ ਦੱਸ ਸਕਦੇ। ਲੇਕਿਨ ਪਤਾ ਇਹ ਲੱਗ ਰਿਹਾ ਵੀ ਗਿਣਤੀ ਵੱਧਦੀ ਜਾ ਰਹੀ ਆ। ਬਹੁਤ ਦੁਖਦਾਈ ਆ। ਕਾਂਗਰਸ ਨੂੰ ਬੜੀ ਦੇਰ ਤੋਂ ਸੁਖਬੀਰ ਬਾਦਲ ਨਿਸ਼ਾਨੇ ਤੇ ਲੈਂਦੇ ਰਹੇ ਨੇ। ਉਹਨਾਂ ਨੇ ਕਿਹਾ ਸੀ ਪਿੱਛੇ ਜੇ ਜਦੋਂ ਲਾਕਡਾਊਨ ਹੋਇਆ ਉਦੋਂ 5600 ਕਰੋੜ ਰੁਪਏ ਦਾ ਨਜਾਇਜ਼ ਸ਼ਰਾਬ ਦਾ ਘੁਟਾਲਾ ਹੋਇਆ। ਉਹ ਕਹਿੰਦੇ ਉੱਤੇ ਠੱਲ ਪਾਣੀ ਸੀ। ਨਾ ਹਜੇ ਤੱਕ ਕੋਈ ਉਸ ਤੇ ਬੰਦੇ ਫੜੇ ਗਏ ਆ, ਨਾ ਕੋਈ ਕਿਸੇ ਨੂੰ ਦੋਸ਼ੀ ਠਹਿਰਾਇਆ ਗਿਆ। ਉਹ ਤਾਂ ਇੱਥੇ ਤਾਂ ਕਹਿੰਦੇ ਨੇ ਵੀ ਕਾਂਗਰਸ ਦੇ MLA ਹੀ, ਮੰਤਰੀ ਹੀ, ਉਹਨਾਂ ਦੀਆਂ ਸ਼ਰਾਬ ਦੀਆਂ ਆਪਣੀਆਂ ਡਿਸਟਿਲਰੀਆਂ ਹੈਗੀਆਂ, ਕਾਰਖਾਨੇ ਨੇ, ਉੱਥੋਂ ਸ਼ਰਾਬ ਵਿਕ ਰਹੀ ਆ। ਇਹ ਵੀ ਗੱਲ ਕਰਾਂਗੇ ਕਿਉਂਕਿ ਵਿਰੋਧੀ ਧਿਰ ਹੋਰ ਵੀ ਨੇ ਇਸ ਪੰਜਾਬ ਦੇ ਅੰਦਰ। ਆਮ ਆਦਮੀ ਪਾਰਟੀ ਵੀ ਨਿਸ਼ਾਨਾ ਸਾਧ ਰਹੀ ਆ, ਅਮਨ ਅਰੋੜਾ ਵੀ ਸਾਧ ਰਿਹਾ, ਹੋਰ ਵੀ ਲੋਕ ਸਾਧ ਰਹੇ। ਪਰ ਬਦਕਿਸਮਤੀ ਦੀ ਗੱਲ ਇਹ ਆ ਵੀ ਇਹਨਾਂ ਦੇ ਆਪਣੇ ਅਜ਼ੀਜ਼, ਗੱਲ ਕਰਾਂਗੇ ਪ੍ਰਤਾਪ ਸਿੰਘ ਬਾਜਵਾ ਦੀ, ਉਹਨੇ ਵੀ ਨਿਸ਼ਾਨਾ ਸਾਧਿਆ ਕੈਪਟਨ ਸਰਕਾਰ ਤੇ। ਪ੍ਰਧਾਨ ਸੁਨੀਲ ਜਾਖੜ ਨੇ ਵੀ ਗੱਲ ਕੀਤੀ ਆ, ਨਿੰਦਾ ਕੀਤੀ ਆ, ਤੇ ਖਾਸ ਕਰਕੇ ਹੋਰ ਵੀ ਜਿਹੜੇ ਕਾਂਗਰਸੀ ਆ ਉਹਨਾਂ ਨੇ ਵੀ ਇਹ ਗੱਲ ਕੀਤੀ ਆ ਵੀ ਇਹ ਨਜਾਇਜ਼ ਸ਼ਰਾਬ ਜਿਹੜੀ ਵਿਕਰੀ ਹੋ ਰਹੀ ਆ ਉਹਦੇ ਤੇ ਠੱਲ ਪਾਈ ਜਾਏ। ਕੈਪਟਨ ਸਰਕਾਰ ਸ਼ਾਇਦ ਕਿਉਂ ਨਹੀਂ ਦੇਖ ਰਹੀ, ਇਸ ਤੇ ਧਿਆਨ ਕਿਉਂ ਨਹੀਂ ਦੇ ਰਹੀ। ਇੱਥੇ ਚਰਚਾ ਕਰਾਂਗੇ ਇਹਨਾਂ ਲੋਕਾਂ ਦੀਆਂ ਜਿਹੜੀਆਂ ਜਾਨਾਂ ਗਈਆਂ ਉਹਦਾ ਜ਼ਿੰਮੇਦਾਰ ਕੌਣ ਹੈ। ਕੀ ਸਰਕਾਰ ਹੈ, ਕੀ ਸ਼ਰਾਬ ਬਣਾਉਣ ਵਾਲੇ ਆ ਜਾਂ ਸ਼ਰਾਬ ਪਿਲਾਉਣ ਵਾਲੇ ਆ, ਕੌਣ ਜ਼ਿੰਮੇਦਾਰ? ਇੱਥੇ ਚਰਚਾ ਕਰਾਂਗੇ। ਪਹਿਲਾਂ ਗੱਲ ਸੁਣਦੇ ਆ ਨੇਤਾਵਾਂ ਦੀ, ਫਿਰ ਤੁਹਾਨੂੰ ਰੂਬਰੂ ਕਰਾਉਣਾ ਪੈਨਲ ਦੇ ਵਿੱਚ ਬੈਠੇ ਸਿਆਸੀ ਲੀਡਰਾਂ ਦੀ। ਸਾਹਿਬ ਤੁਸੀਂ ਇੱਥੇ ਕਾਂਗਰਸ ਦੇ ਜਿਹੜੇ MLA ਮੰਤਰੀ, ਤੁਹਾਡੀ ਪਾਰਟੀ, ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ, ਸਰਕਾਰ ਬਣਾਈ ਹੈ ਜਨਤਾ ਨੂੰ ਮਰਵਾਉਣ ਵਾਸਤੇ ਨਹੀਂ। ਅੱਜ ਜੰਗਲ ਰਾਜ ਹੈ। ਜਿਹੜੇ ਅਫਸਰ ਥੋੜਾ ਮੋਟਾ ਕੰਮ ਕਰਨਾ ਚਾਹੁੰਦੇ ਆ, ਨੱਥ ਪਾਉਣਾ ਚਾਹੁੰਦੇ ਆ, ਉਹਨਾਂ ਨੂੰ ਤੁਸੀਂ ਡਰਾਉਣੇ ਹੋ, ਧਮਕਾਉਣੇ ਹੋ, ਡਰ ਪਾਉਣੇ ਹੋ ਕਿ ਜੇ ਤੁਸੀਂ ਸਾਡੇ MLA ਦਾ ਸਾਥ ਨਾ ਦਿੱਤਾ, ਉਹਨਾਂ ਤੇ ਐਕਸ਼ਨ ਲਿੱਤਾ। ਮੈਂ ਅੱਜ ਤੱਕ ਹਿੰਦੁਸਤਾਨ 'ਚ ਮਿਸਾਲ ਨਹੀਂ ਦੇਖੀ ਹੋਣੀ ਕਿ ਮਹਿਕਮੇ ਵਾਲੇ ਸ਼ਰਾਬ, ਜਾਲੀ ਸ਼ਰਾਬ ਰੋਕਣ ਆਉਣ ਤੇ ਹਲਕੇ ਦੇ ਕਾਂਗਰਸੀ MLA ਉਹਨਾਂ ਤੇ ਪਰਚਾ ਦੇਣ। ਮੈਂ ਰਾਹੁਲ ਗਾਂਧੀ, ਸੋਨੀਆ ਗਾਂਧੀ ਨੂੰ ਪੁੱਛਣਾ ਚਾਹੁੰਦਾ, ਇਹ ਜੀ ਪਾਰਟੀ ਤੁਹਾਡੀ ਹੈ? ਤੁਹਾਡੇ ਮੁੱਖ ਮੰਤਰੀ ਇਹ ਜਿਹਾ ਜਿੱਥੇ ਉਹਨਾਂ ਦੇ 100 ਮੌਤਾਂ ਹੋ ਜਾਣ ਤੇ ਉਹਨੂੰ ਪਰਵਾਹ ਨਹੀਂ, ਫਿਕਰ ਹੀ ਨਹੀਂ। ਨਾਲੇ ਕੈਪਟਨ ਅਮਰਿੰਦਰ ਸਿੰਘ
ਐਸੇ ਹੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਵੀ ਲੜੇ ਇਲੈਕਸ਼ਨ, ਫਿਰ ਵੀ ਆਪਣਾ ਫਰਜ਼ ਨਹੀਂ ਸਮਝਦੇ। ਤੇ ਸ਼੍ਰੋਮਣੀ ਅਕਾਲੀ ਦਲ, ਮੈਂ ਪ੍ਰਧਾਨ ਹੋਣ ਦੇ ਕਹਿੰਦਾ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਇਹਨਾਂ ਲਾਈ ਹੈ ਆ ਬਿਲਕੁਲ ਕਾਂਗਰਸੀਆਂ ਨੂੰ ਬਚਾਉਣ ਵਾਸਤੇ ਲਾਈ ਹੈ। ਜਿਵੇਂ ਅੰਮ੍ਰਿਤਸਰ ਵਿੱਚ ਰੇਲਵੇ ਹਾਦਸੇ ਨਾਲ 100 ਤੋਂ ਵੱਧ ਮੌਤਾਂ ਹੋਈਆਂ, ਉਦੋਂ ਨਵਜੋਤ ਸਿੱਧੂ ਤੇ ਉਹਦੇ ਪਰਿਵਾਰ ਤੇ ਉਹਦੀ ਕਾਂਗਰਸੀ ਐਮਸੀਆਂ ਨੂੰ ਬਚਾਉਣ ਵਾਸਤੇ ਮੈਜਿਸਟਰੇਟ ਇਨਕੁਆਇਰੀ ਲਾ ਕੇ ਉਹਨਾਂ ਨੂੰ ਕੱਢਿਆ। ਉਵੇਂ ਹੀ ਆ ਜਿਹੜਾ ਮੈਜਿਸਟਰੇਟ ਕਮੇਟੀ ਦਾ ਕੰਮ ਹੈ, ਕੈਪਟਨ ਸਾਹਿਬ ਉਹਨਾਂ ਨੂੰ ਕੱਢਣਾ ਚਾਹੁੰਦੇ ਆ। ਮੈਂ ਹਫਤਾ ਦਿੰਦਾ ਪੁਲਿਸ ਨੂੰ, ਜੇ ਹਫਤੇ ਦੇ ਅੰਦਰ ਅੰਦਰ ਜਿਹੜੇ ਕਾਂਗਰਸ ਦੇ ਐਮਐਲਏ, ਉਹਨਾਂ ਦੇ ਪਰਿਵਾਰ ਦੇ ਜੀ, ਉਹਨਾਂ ਦੇ ਕਰਿੰਦੇ ਜੇ ਨਾ ਫੜੇ ਤੇ ਸ਼੍ਰੋਮਣੀ ਅਕਾਲੀ ਦਲ ਹਾਈ ਕੋਰਟ ਦਾ ਦਰਵਾਜ਼ਾ ਖੜਕਾਏਗਾ। ਹਾਈ ਕੋਰਟ ਜਾ ਕੇ ਇੰਡੀਪੈਂਡੈਂਟ ਸੀਬੀਆਈ ਇਨਕੁਆਇਰੀ ਕਰੇਗਾ ਤੇ ਅਸੀਂ ਅਖੀਰ ਤੱਕ ਜਾਵਾਂਗੇ, ਜਦੋਂ ਤੱਕ ਆ ਜਿਹੜੇ ਦੋਸ਼ੀ ਜਿਨ੍ਹਾਂ ਨੇ ਇਹਨਾਂ ਕਤਲ ਕੀਤੇ ਆ ਤੇ ਜਿਹੜੇ ਇੱਥੇ ਪਰਚਾ ਵੀ 302 ਦਾ ਹੋਣਾ ਚਾਹੀਦਾ। ਤੁਸੀਂ ਗੱਲ ਸੁਣੀ ਲੀਡਰਾਂ ਦੀ। ਹੁਣ ਇੱਕ ਹੋਰ ਤਾਜ਼ਾ ਖਬਰ ਆ ਚੁੱਕੀ ਹੈ। ਆਪਾਂ ਗੱਲ ਕਰ ਰਹੇ ਸੀ ਸੁਖਬੀਰ ਬਾਦਲ ਦੀ। ਸੁਖਬੀਰ ਬਾਦਲ ਸ਼ਹਿਰ ਤਰਨਤਾਰਨ ਦੇ ਅੰਦਰ ਹੁਣ ਧਰਨੇ ਤੇ ਬੈਠ ਗਏ ਨੇ ਆਪਣੇ ਸਾਥੀਆਂ ਨੂੰ ਲੈ ਕੇ। ਉਹ ਕਹਿੰਦੇ ਕਾਂਗਰਸ ਸਰਕਾਰ ਜਦ ਤੱਕ ਇਹਨਾਂ ਦੋਸ਼ੀਆਂ ਨੂੰ ਨਹੀਂ ਫੜਦੀ, ਮੈਂ ਧਰਨੇ ਤੋਂ ਨਹੀਂ ਉੱਠਣਾ। ਚਲੋ ਇਸ ਤੇ ਚਰਚਾ ਕਰਾਂਗੇ। ਹੁਣ ਇਸ ਵੇਲੇ ਕੀ ਇਹ ਨਜਾਇਜ਼ ਸ਼ਰਾਬ ਦਾ ਜਿਹੜਾ ਧੰਦਾ ਕੀ ਰੁਖ ਲਏਗਾ, ਸੁਖਬੀਰ ਬਾਦਲ ਦਾ ਜਿਹੜਾ ਇਸ ਵੇਲੇ ਧਰਨਾ, ਇਹ ਤੇ ਕੀ ਹੋਏਗਾ। ਮੈਂ ਰੂਬਰੂ ਕਰਾ ਦੇਵਾਂ ਪੈਨਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਕਮਲਜੀਤ ਸਿੰਘ ਢਿੱਲੋਂ ਜੀ ਬੈਠੇ ਸਾਡੇ ਕੋਲ, ਸਵਾਗਤ ਹੈ ਜੀ। ਕਾਂਗਰਸ ਦੇ ਸੀਨੀਅਰ ਆਗੂ ਪਰਮਿੰਦਰ ਮਹਿਤਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਤੇ ਆਮ ਆਦਮੀ ਪਾਰਟੀ ਦੇ ਵੀ ਵਿਜੇ ਮੌਰੀਆ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਢਿੱਲੋਂ ਸਾਹਿਬ, ਤੁਹਾਡੇ ਤੋਂ ਸ਼ੁਰੂ ਕਰ ਦਿੰਦਾ। ਤੁਸੀਂ ਅੱਜ ਮੋਰਚਾ ਖੋਲ ਦਿੱਤਾ, ਹੈ ਤਾਂ ਦੁਖਦਾਈ, ਕੀ ਕਹਿਣਾ ਚਾਹੋਗੇ ਇਸ ਘਟਨਾ ਬਾਰੇ? ਦੇਖੋ ਮਹਾਰਾਜ ਜੀ, ਇਹ ਜ਼ਹਿਰੀਲੀ ਸ਼ਰਾਬ ਵਾਲਾ ਜਿਹੜਾ ਵਾਕਿਆ ਹੈ, ਇਹ ਜੀ ਬਹੁਤ ਹੀ ਮੰਦਭਾਗੀ ਖਬਰ ਹੈ ਪੰਜਾਬ ਦੇ ਲਈ। ਉਹ ਕਿੰਨੇ ਪਰਿਵਾਰ ਉਜੜ ਗਏ, ਕਿੰਨੀਆਂ ਲੇਡੀ ਦਾ ਸੁਭਾਅ ਉਜੜ ਗਿਆ, ਜਾਂ ਬੱਚੇ ਅਨਾਥ ਹੋ ਗਏ। ਇਹ ਅੱਜ ਬਹੁਤ ਇੱਕ ਦੁਖਦਾਈ ਖਬਰ ਹੈ ਜੋ ਪੰਜਾਬ ਦੀ ਆਈ ਹੈ। ਜੋ ਜਿਹੜੀ ਉਹਨਾਂ ਦੀ ਸੰਖਿਆ ਹੀ ਵੱਧ ਰਹੀ ਹੈ, ਇਹ ਬਹੁਤ ਮਾੜੀ ਖਬਰ ਹੈ। ਅਸੀਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਾਰੇ ਤੰਦਰੁਸਤ ਹੋਣ, ਜਿਹੜੇ ਬਚ ਗਏ ਨੇ ਆਪਣੇ ਪਰਿਵਾਰਾਂ ਦੇ ਵਿੱਚ ਜਾਣ। ਮਹਾਰਾਜ ਜੀ, ਗੱਲ ਆ ਲੋਕਡਾਊਨ ਦੌਰਾਨ ਅਕਾਲੀ ਦਲ ਤਾਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਕਿ ਵੀ ਜਿਹੜਾ ਜੋ ਖੰਨੇ 'ਚ ਫੜੀ ਗਈ ਇੱਕ ਨਕਲੀ ਸ਼ਰਾਬ ਦੀ ਫੈਕਟਰੀ, ਜਾਂ ਕਈ ਜਗ੍ਹਾ ਸਮਗਲਿੰਗ ਫੜੀ ਗਈ, ਇਹ ਅਸੀਂ ਤਾਂ ਇਹਨਾਂ ਦੇ ਜਿਹੜੇ ਐਮਐਲਏ ਦੇ ਹੱਥ ਨੇ, ਜਾਂ ਐਕਸਾਈਜ਼ ਦਾ ਇੰਨਾ ਵੱਡਾ 1700 ਕਰੋੜ ਦਾ ਪਿੱਛੇ ਘਾਟਾ ਪਿਆ ਸੀ ਪੰਜਾਬ ਸਰਕਾਰ ਨੂੰ, ਅਸੀਂ ਤਾਂ ਇਹ ਕਹਿ ਰਹੇ ਸੀ ਵੀ ਬਹੁਤ ਵੱਡਾ ਕਬਲਾ ਸ਼ਰਾਬ ਦਾ ਹੋ ਰਿਹਾ। ਉਹ ਅੱਜ ਦੇਖੋ ਜੱਗ ਜ਼ਾਹਿਰ ਹੋ ਗਿਆ ਵੀ ਇੰਨੀਆਂ ਮੌਤਾਂ ਪੰਜਾਬ ਦੇ ਵਿੱਚ ਹੋਈਆਂ, ਬਹੁਤ ਜੋ ਕਿ ਹੋਣੀਆਂ ਨਹੀਂ ਚਾਹੀਦੀਆਂ ਸੀਗੀਆਂ। ਬਾਰ-ਬਾਰ ਪ੍ਰਧਾਨ ਸਾਹਿਬ ਵੱਲੋਂ, ਸਾਡੇ ਹਲਕਾ ਇੰਚਾਰਜਾਂ ਵੱਲੋਂ ਇਹ ਪੁਲਿਸ ਨੂੰ, ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ ਜਾਂਦੀ ਸੀ ਸਾਡੇ ਹਲਕਿਆਂ ਦੇ ਵਿੱਚ ਸ਼ਰਾਬ ਬਹੁਤ ਜ਼ਿਆਦਾ ਨਜਾਇਜ਼ ਵਿਕਦੀ ਹੈ। ਲਾਕਡਾਊਨ ਖੁੱਲਦਾ, ਕੈਪਟਨ ਸਾਹਿਬ ਲਾਕਡਾਊਨ ਦੇ ਵਿੱਚ ਠੇਕੇ ਖੁੱਲ੍ਹਣ ਦੇ ਦਿੰਦੇ ਨੇ ਕਿ ਜਿਵੇਂ ਬਾਕੀ ਸ਼ਹਿਰਾਂ ਦੇ ਵਿੱਚ ਹੋਇਆ, ਮਹਾਰਾਸ਼ਟਰ 'ਚ ਲੰਬੀਆਂ ਲੈ ਲੈਣਗੇ, ਮਗਰ ਇੱਥੇ ਉਹ ਚੀਜ਼ ਨਹੀਂ ਹੋਈ ਕਿਉਂਕਿ ਲੋਕਾਂ ਨੂੰ ਘਰ ਸਪਲਾਈ ਪਹਿਲੀ ਬੜੀ ਮਿਲਦੀ ਰਹੀ। ਇਹਦਾ ਵੱਡਾ ਕਾਰਨ ਇਹ ਸੀ ਜੋ ਪ੍ਰਸ਼ਾਸਨ ਨਾਲ ਰਲਿਆ ਸੀ, ਇਹਨਾਂ ਦੇ ਐਮਐਲਏ ਰਲੇ ਸੀ, ਉਹਨਾਂ ਦੀ ਸ਼ਹਿ ਤੇ ਹੋ ਰਿਹਾ ਸੀ। ਇਹ ਹੋ ਨਹੀਂ ਸਕਦਾ ਸੀ। ਪਿੱਛੇ ਤੁਸੀਂ ਦੇਖਿਆ ਹੋਣਾ ਕਰਨ ਅਵਤਾਰ ਸਿੰਘ ਜਿਹੜੇ ਚੀਫ ਪਾਲਿਸੀ ਸੈਕਟਰੀ ਰਹੇ ਨੇ, ਉਹਨਾਂ ਨੇ ਵੀ ਇਹੀ ਗੱਲ ਕਹੀ ਜਦੋਂ ਇਹਨਾਂ ਦੀ ਕੈਬਨਿਟ ਦੇ ਵਿੱਚ ਆਪਸ ਇਹਨਾਂ ਦੀ ਤੂਤੂ ਮੈਮੇ ਹੋਈ, ਉਹ 'ਚ ਵੀ ਇਹੀ ਗੱਲ ਹੋਈ ਹੈ ਵੀ ਜੋ ਵੱਡਾ ਕਾਰੋਬਾਰ ਜਿਹੜਾ ਇਹਦਾ ਲੀਕਰ ਦਾ ਚੱਲ ਰਿਹਾ, ਇਹ ਤੁਹਾਡੇ ਐਮਐਲਏ ਨਜਾਇਜ਼ ਚਲਾ ਰਹੇ। ਇਸ ਕਰਕੇ ਤੂਤੂ ਮੈਮੇ ਹੋਈ ਸੀ, ਇਹਨਾਂ ਦੀ ਆਪਸ ਖਟਾਸ ਹੋਈ ਸੀ। ਬਾਈਕਾਟ ਵੀ ਕਰਤਾ ਸੀ ਉਹਨਾਂ ਦਾ ਕੈਬਨਿਟ ਦੇ ਮੰਤਰੀਆਂ। ਇਹ ਬੜੀ ਮੰਦਭਾਗੀ ਖਬਰ ਹੈ। ਇਹਦੇ ਵਿੱਚ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਜ਼ਾ ਹੋਣੀ ਚਾਹੀਦੀ ਹੈ, ਚਾਹੇ ਇਹਨਾਂ ਦੇ ਕੋਈ ਐਮਐਲਏ ਹੋਣ, ਮੰਤਰੀ ਹੋਣ, ਚਾਹੇ ਵਿੱਚ ਕੋਈ ਪੁਲਿਸ ਅਫਸਰ ਹੋਣ, ਚਾਹੇ ਐਕਸਾਈਜ਼ ਦੇ ਕਮਿਸ਼ਨਰ ਹੋਣ। ਕਿਸੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਹ ਪਰਿਵਾਰਾਂ ਨੂੰ, ਤਾਂ ਹੀ ਉਹਨਾਂ ਦੀ ਆਤਮਾ ਨੂੰ, ਲੋਕਾਂ ਦੀ ਸ਼ਾਂਤੀ ਮਿਲਦੀ। ਚਲੋ ਪੁੱਛ ਲੈਣੇ ਸਰਕਾਰ ਦੇ ਬੈਠੇ ਨੁਮਾਇੰਦੇ। ਹਾਂਜੀ ਮਹਿਤਾ ਸਾਹਿਬ, ਕੀ ਕਹਿਣਾ ਚਾਹੋਗੇ? ਵਾਕਈ ਤੁਹਾਡੇ ਐਮਐਲਏ ਮੰਤਰੀਆਂ ਦੀ ਸ਼ਮੂਲੀਅਤ ਹੈਗੀ, ਮੰਨਦੇ ਹੋ ਇਹਨਾਂ ਵਿੱਚ ਵੀ ਉਹਨਾਂ ਦੀ ਇੱਦਾਂ ਦੀ ਕੋਈ ਗੱਲਬਾਤ ਹੈ, ਇਸ ਤਰੀਕੇ ਦਾ ਉਹ ਕਾਰਾ ਕਰ ਸਕਦੇ ਨੇ? ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਮਾਮਲਾ ਆਇਆ ਬਹੁਤ ਹੀ ਦੁਖਦ ਹੈ ਜੀ, ਔਰ ਪੰਜਾਬ ਵਰਗੇ ਸੂਬੇ 'ਚ ਇੱਦਾਂ ਦਾ ਹੋਣਾ ਜੀ, ਇਹ ਹੋਰ ਵੀ ਮੰਦਭਾਗਾ ਹੈ ਜੀ। ਜਿੱਥੇ ਤਾਈਂ ਗੱਲ ਆਉਂਦੀ ਹੈ ਲੋਕਡਾਊਨ ਦੇ ਵਿੱਚ ਠੇਕਿਆਂ ਦੀ, ਜੀ ਤੁਹਾਨੂੰ ਯਾਦ ਹੋਣਾ ਕਿ ਠੇਕੇ ਪੰਜਾਬ 'ਚ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਸਭ ਨਾਲੋਂ ਲੇਟ ਖੁੱਲੇ, ਜਦ ਮਹਾਰਾਸ਼ਟਰ ਦਿੱਲੀ ਤੋਂ ਵੀ ਲੇਟ ਜਾ ਕੇ ਖੁੱਲੇ ਸੀ। ਦੂਜੇ ਪਾਸੇ
ਅੱਜ ਦੁੱਖਾਂ ਦੇ ਵਿੱਚ ਜਿਸ ਵੇਲੇ ਕੋਈ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ, ਮਾਮਲੇ ਆਉਂਦੇ ਨੇ, ਤੇ ਵਿਪਕਸ਼ ਨੇ ਵੀ ਆਪਣਾ ਕੋਈ ਨਾ ਕੋਈ ਰੋਲਾ ਦਿਖਾਉਣਾ ਹੁੰਦਾ, ਰੋਲ ਆਪਣਾ ਅਦਾ ਕਰਨਾ ਹੁੰਦਾ। ਕੈਪਟਨ ਸਾਹਿਬ ਨੇ ਆਪਣੇ ਵੱਲੋਂ ਮੈਜਿਸਟਰੇਟ ਜਾਂਚ ਦੇ ਸਖਤ ਆਦੇਸ਼ ਦੇ ਦਿੱਤੇ ਨੇ। ਜਿਹੜੇ ਬੰਦੇ ਫੜੇ ਜਾਣੇ ਸੀ ਉਹ ਫੜੇ ਵੀ ਗਏ ਨੇ। ਜਿੱਥੇ ਤਾਈਂ ਖੰਨੇ ਦੀ ਘਟਨਾ ਹੈ ਜਾਂ ਹੋਰ ਹੈ, ਉਹਦੇ ਵਿੱਚ ਵੀ ਕਿਸੇ ਨੂੰ ਬਖਸ਼ਿਆ ਨਹੀਂ ਗਿਆ, ਚਾਹੇ ਕੋਈ ਵੀ ਸੀ, ਉਹ ਫੜੇ ਗਏ ਔਰ ਸਾਹਮਣੇ ਵੀ ਆਏ ਆ। ਪਰ ਦੁੱਖ ਇੱਥੇ ਕੀ ਹੁੰਦਾ ਹੈ ਕਿ ਇੱਕ ਬਹੁਤ ਵੱਡਾ ਕਾਰੋਬਾਰੀ ਫੜਿਆ ਗਿਆ, ਉਹ ਤੀਜੇ ਦਿਨ, ਇੱਕ ਦਿਨ ਫੜਿਆ ਗਿਆ, ਦੂਜੇ ਦਿਨ ਉਹਦੀ ਜ਼ਮਾਨਤ ਹੋ ਗਈ। ਅਸੀਂ ਵੀ ਮੰਗ ਕਰਦੇ ਹਾਂ, ਜਾਖੜ ਸਾਹਿਬ ਨੇ ਵੀ ਕਿਹਾ, ਇਹਦੇ ਲਈ ਸਖਤ ਕਾਨੂੰਨ ਹੋਣਾ ਚਾਹੀਦਾ। ਇਹ ਲੋਕਾਂ ਦੇ ਜਾਨ ਨਾਲ ਖੇਡਣ ਵਾਲੀ ਗੱਲ ਹੈ। ਅਸੀਂ ਵੀ ਕਹਿੰਦੇ ਹਾਂ ਕਿ 302 ਦੇ ਮੁਕੱਦਮੇ ਹੋਣੇ ਚਾਹੀਦੇ ਆ। ਇਹ ਲਈ ਜ਼ਿੰਮੇਵਾਰ ਕੋਈ ਵੀ ਹੋਵੇ, ਚਾਹੇ ਉਹ ਪ੍ਰਸ਼ਾਸਨ ਹੋਵੇ, ਚਾਹੇ ਸਰਕਾਰ ਹੋਵੇ, ਉਹ ਕੋਈ ਵੀ ਬਖਸ਼ਿਆ ਨਹੀਂ ਜਾਊਗਾ। ਉਹਦੇ ਉੱਤੇ ਕਾਰਵਾਈ ਹੋਊਗੀ ਔਰ ਹੋਣੀ ਵੀ ਚਾਹੀਦੀ ਹੈ। ਅੱਜ ਸਾਡੀ ਜ਼ਿੰਮੇਵਾਰੀ ਬਣਦੀ ਹੈ, ਸਰਕਾਰ ਹੈ। ਪਰ ਇੱਕ ਚੀਜ਼ ਅਸੀਂ ਹੋਰ ਨਾਲ ਕਹਾਂਗੇ ਵੀ ਵਿਪਕਸ਼ ਇਹਦੇ 'ਚ ਸਹਿਯੋਗ ਦੇਵੇ। ਸਹਿਯੋਗ ਕੀ ਦੇਵੇ ਕਿ ਜੇ ਉਹਨਾਂ ਨੂੰ ਪਤਾ ਸੀ ਕਿ ਆਹ ਚੀਜ਼ਾਂ ਵਿਕ ਰਹੀਆਂ, ਜਾਂ ਤਾਂ ਮੌਕੇ ਤੇ ਫੜਾ ਦਿੰਦੇ। ਜੇ ਹੁਣ ਵੀ ਕਿਸੇ ਦਾ ਪਤਾ ਹੈ ਤੇ ਉਹਦੇ 'ਚ ਸਹਿਯੋਗ ਕਰਨ ਪ੍ਰਸ਼ਾਸਨ ਦਾ। ਫਿਰ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ, ਸਰਕਾਰ ਨੂੰ ਨਹੀਂ ਪਤਾ, ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ। ਉਹਨੇ ਮੈਜਿਸਟਰੇਟ ਜਾਂਚ ਲਾਤੀ ਔਰ ਅਸੀਂ ਵੀ ਮੰਗ ਕਰਦੇ ਹਾਂ ਕਿ 302 ਦੇ ਮੁਕੱਦਮੇ ਹੋਣ, ਕੋਈ ਵੀ ਵਿੱਚ ਹੋਵੇ। ਚਲੋ ਪਹਿਲਾਂ ਵੀ ਲਾਈ ਸੀ 56 ਕਰੋੜ ਤੋਂ ਪਹਿਲਾਂ ਵੀ ਲੱਗੀ ਸੀ, ਪਰ ਨਹੀਂ ਗੱਲ ਬਣੀ। ਚਾਹੇ ਪ੍ਰਸ਼ਾਸਨ ਹੋਵੇ, ਚਾਹੇ ਉਹਦੇ 'ਚ ਸਰਕਾਰੀ ਆਪਣਾ ਸਰਕਾਰ ਦਾ ਨੁਮਾਇੰਦਾ, ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਇਹ ਗੱਲ ਕਲੀਅਰ ਹੈ। ਇਹ ਬਹੁਤ ਹੀ ਇਮਾਨਦਾਰੀ, ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ। ਲੇਕਿਨ ਇੱਥੇ ਕਈ ਚੀਜ਼ਾਂ ਇਹ ਹੈ ਕਿ ਵਿਪਕਸ਼ ਆਪਣਾ ਜਿਹੜਾ ਰੋਲ ਹੈ, ਉਹ ਰੋਲ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਤੇ ਇਹ ਜਿਹੜੀਆਂ ਘਟੀਆ ਕੰਮ ਕਰਦੇ ਨੇ, ਇਹਨਾਂ ਤੇ ਰੋਕ ਲਾਉਣ ਲਈ ਸਹਿਯੋਗ ਕਰੇ ਕਿ ਇਦਾਂ ਦੀਆਂ ਚੀਜ਼ਾਂ ਮੁੜ ਕੇ ਨਾ ਹੋਣ। ਚਲੋ, ਵਿਰੋਧੀ ਧਾਰੇ ਬੈਠੇ ਸਾਡੇ ਕੋਲ ਆਮ ਆਦਮੀ ਪਾਰਟੀ ਦੇ, ਤੁਸੀਂ ਵਿਰੋਧੀ ਧਿਰ ਦਾ ਜਿਹੜਾ ਅਸਲੇ ਦਾਇਿਤਵ ਨਿਭਾ ਰਹੇ ਹੋ, ਕੀ ਵਾਕਈ ਤੁਹਾਡਾ ਇਹ ਰੋਲ ਬਣਦਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿੱਥੇ ਕੀ ਹੋ ਰਿਹਾ, ਔਰ ਸਰਕਾਰ ਨੂੰ ਤੁਸੀਂ ਦੱਸੋ ਵੀ ਇੱਥੇ ਨਜਾਇਜ਼ ਸ਼ਰਾਬ ਵਿਕ ਰਹੀ ਆ, ਇੱਥੇ ਆਹ ਹੋ ਰਿਹਾ। ਤੇ ਜਿਹੜੀ ਇਹ ਦੁਖਦਾਈ ਘਟਨਾ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਕਈ ਘਰਾਂ ਦੇ ਵਿੱਚ ਮੈਂ ਦੇਖਿਆ ਇੱਥੇ ਤੱਕ ਕਿ ਪੇ ਪੁੱਤ ਦੀ ਵੀ ਮੌਤ ਹੋ ਗਈ ਆ, ਦੁਬਾਰਾ ਉੱਥੇ ਘਰ ਦੇ ਵਿੱਚ ਚੁੱਲ੍ਹਾ ਜਲਾਉਣ ਵਾਸਤੇ ਵੀ ਬਹੁਤ ਔਖਾ ਹੋ ਰਿਹਾ ਜੀ। ਦੇਖੋ ਮੇਰਾ ਸਾਹਿਬ ਜੀ, ਜਦੋਂ ਕੈਪਟਨ ਅਮਰਿੰਦਰ ਜੀ ਨੇ ਮੁੱਖ ਮੰਤਰੀ ਦੀ ਜਿਹੜੀ ਵਿਧਾਨ ਸਭਾ ਦੀ ਚੋਣ ਸੀਗੀ, ਉਸ ਤੋਂ ਪਹਿਲਾਂ ਚੋਣ ਇਲੈਕਸ਼ਨ ਦੇ ਵਿੱਚ ਚੋਣ ਪ੍ਰਚਾਰ 'ਚ ਇਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ। ਬਿਲਕੁਲ। ਇਹਨਾਂ ਨੇ ਕਿਹਾ ਸੀ ਕਿ ਜੋ ਆਮ ਆਦਮੀ ਪਾਰਟੀ ਦਾਅਵੇ ਕਰ ਰਹੀ ਹੈ ਕਿ ਅਸੀਂ 4 ਮਹੀਨੇ 'ਚ ਅਸੀਂ ਜਿਹੜਾ ਨਸ਼ਾ ਖਤਮ ਕਰਾਂਗੇ, ਅਸੀਂ 4 ਹਫ਼ਤਿਆਂ 'ਚ ਖਤਮ ਕਰ ਦਿਆਂਗੇ। ਔਰ ਇਹਨਾਂ ਨੇ ਉਦੋਂ ਲੋਕਾਂ ਦੇ ਜਿਹੜੇ ਸੈਂਟੀਮੈਂਟ ਸੀ ਉਹਦੇ ਨਾਲ ਇਹਨਾਂ ਨੇ ਖੇਡਿਆ। ਸ਼ਾਇਦ ਲੋਕਾਂ ਨੇ ਇਹਨਾਂ ਨੂੰ ਵਿਸ਼ਵਾਸ ਕਰਕੇ ਮੈਂਡੇਟ ਦਿੱਤਾ ਸੀਗਾ ਕਿ ਇਹ ਨਸ਼ਾ ਖਤਮ ਕਰ ਦੇਣਗੇ। ਲੇਕਿਨ ਇਹਨਾਂ ਨੇ ਧਰਮ ਦੀ ਆੜ ਲੈ ਲਈ, ਜਾਂ ਗੁਟਕਾ ਸਾਹਿਬ ਦੀ ਜਿਹੜੀ ਇੰਪੋਰਟੈਂਸ ਹੈ ਉਹਦਾ ਯੂਜ਼ ਕਰ ਲਿਆ ਇਹਨਾਂ ਨੇ। ਸੋ ਇਹ ਬਹੁਤ ਜਿਹੜੀ ਮੰਦਭਾਗੀ ਔਰ ਦੁਖਦਾਈ ਘਟਨਾ ਹੋਈ ਹੈ, ਇਹਦਾ ਸਿੱਧਾ ਜ਼ਿੰਮੇਵਾਰ ਸੂਬੇ ਦਾ ਮੁੱਖ ਮੰਤਰੀ ਹੁੰਦਾ ਹੈ। ਮੈਂ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਪਿੰਡ ਦੇ ਹਾਲਾਤ ਦੇਖੋ ਜਾ ਕੇ। ਜਿਵੇਂ ਖਬਰਾਂ ਆ ਰਹੀਆਂ ਨੇ ਕਿ 60-70 ਮੌਤਾਂ ਉੱਥੇ ਕਨਫਰਮ ਹੋ ਚੁੱਕੀਆਂ ਨੇ। ਦੇਖੋ, ਜਿਵੇਂ ਆਪ ਜੀ ਨੇ ਦੱਸਿਆ ਕਿ ਕਈ ਪਰਿਵਾਰਾਂ ਦੇ 2-2 ਜੀ ਮਰ ਗਏ ਜ਼ਹਿਰੀਲੀ ਸ਼ਰਾਬ ਪੀ ਕੇ। ਦੇਖੋ, ਸੂਬੇ ਦੀ ਠੀਕ ਹੈ, ਤੁਸੀਂ ਰੈਵਨਿਊ ਨੂੰ ਕੰਟਰੋਲ ਕਰਨਾ ਹੈਗਾ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਅੱਗੇ ਸ਼ਰਾਬ ਠੇਕੇ ਖੋਲਣ ਦੀ ਜਿਹੜੀ ਆਗਿਆ ਸੀਗੀ, ਉਹ ਮਾਨਯੋਗ ਮੋਦੀ ਕੋਲੋਂ ਕੈਪਟਨ ਸਾਹਿਬ ਨੇ ਸਭ ਤੋਂ ਪਹਿਲਾਂ ਮੰਗੀ ਸੀ। ਮੈਂ ਉਚੇਚੇ ਤੌਰ ਤੇ ਕਹਿਣਾ ਚਾਹਾਂਗਾ, ਬਿਹਾਰ ਦੇ ਸੀਐਮ ਹੈਗੇ ਹੈ ਨਿਤਿਸ਼ ਕੁਮਾਰ ਜੀ, ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਉੱਥੇ ਦੀਆਂ ਜਿਹੜੀਆਂ ਮਹਿਲਾਵਾਂ ਸੀ ਉਹਨਾਂ ਨੂੰ ਦਾਅਵਾ ਕੀਤਾ ਸੀ ਔਰ ਵਾਅਦਾ ਕੀਤਾ ਸੀ ਕਿ ਜੇ ਮੈਂ ਦੁਬਾਰਾ ਜਿੱਤ ਕੇ ਚੀਫ ਮਿਨਿਸਟਰ ਬਣ ਗਿਆ ਤਾਂ ਮੈਂ ਸ਼ਰਾਬ ਦੇ ਉੱਤੇ 100% ਟੋਟਲ ਜਿਹੜੀ ਹੈਗੀ ਆ ਉਹ ਬੰਦੀ ਕਰ ਦਿਆਂਗੇ, ਸ਼ਰਾਬ ਬੰਦ ਕਰ ਦਿਆਂਗੇ। ਔਰ ਉਹਨਾਂ ਨੇ ਆਪਣਾ ਵਾਅਦਾ ਨਿਭਾਇਆ। ਮੈਂ ਇੱਥੇ ਤਾਰੀਫ ਕਰਾਂਗਾ। ਬਿਹਾਰ ਜਿਹੜਾ ਸੂਬਾ ਵਾ ਪੰਜਾਬ ਤੋਂ ਕਿਤੇ ਵੱਡਾ ਸੂਬਾ ਆ, ਔਰ ਹਰ ਸੂਬੇ ਵਾਸਤੇ ਜਿਹੜੀ ਰੈਵਨਿਊ ਆ, ਉਹ ਚਾਹੇ ਛੋਟਾ ਰੈਵਨਿਊ ਹੋਵੇ ਚਾਹੇ ਵੱਡਾ ਰੈਵਨਿਊ ਹੋਵੇ, ਉਹ ਬਹੁਤ ਮਾਇਨੇ ਰੱਖਦਾ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਕਿ ਉਹ ਜਿਹੜੇ ਜ਼ਿੰਮੇਦਾਰ ਅਫਸਰ ਹੈ ਉਹਨਾਂ ਨੂੰ ਫੜਨ ਔਰ ਉਹਨਾਂ ਦੇ ਬਣਦੀਆਂ ਸਜ਼ਾਵਾਂ ਦੇਣ। ਮੈਂ ਕਿ ਉਚੇਚੇ ਤੌਰ ਤੇ ਇੱਕ ਹੋਰ ਗੱਲ ਕਹਿਣੀ ਚਾਹਾਂਗਾ, ਕਾਂਗਰਸ ਦੇ ਉੱਥੇ ਜਿਹੜੇ ਐਮਐਲਏ ਹੈਗੇ ਆ, ਔਰ ਉੱਥੇ ਇੱਕ ਨਾਮ ਹੋਰ ਆ ਰਿਹਾ, ਜਿਹੜੇ ਜੰਗਲਾਤ ਮਹਿਕਮੇ ਦੇ ਚੇਅਰਮੈਨ ਹੈਗੇ ਆ, ਉਹਨਾਂ ਦੇ ਉੱਤੇ ਨਾਮ ਵੱਜ ਰਿਹਾ। ਇਹ ਉਹਨਾਂ ਨੂੰ ਬਹੁਤ ਤਫਤੀਸ਼ ਕਰਨੀ ਪਏਗੀ। ਔਰ ਮੈਂ ਇਹ ਗੱਲ ਕਹਿਣੀ ਚਾਹਾਂਗਾ, ਐਕਸਾਈਜ਼ ਦੇ ਉੱਤੇ ਉੱਥੇ ਦੇ ਐਮਐਲਏ ਨੇ ਪਰਚਾ ਕਰਾਤਾ ਕਿ ਤੁਸੀਂ ਨਜਾਇਜ਼ ਜਿਹੜੀ ਸ਼ਰਾਬ ਆ ਉਹ ਕਿਉਂ ਫੜਦੇ ਹੋ।
ਬੇਨਤੀ ਇਹ ਹੈ ਕਿ ਜਿਹੜੇ ਵਿਧਾਇਕ ਹੁੰਦੇ ਆ ਉਹਨਾਂ ਨੇ ਸ਼ਾਸਨ ਪ੍ਰਸ਼ਾਸਨ ਦਾ ਜਿਹੜਾ ਉਹ ਕਰਨਾ ਹੁੰਦਾ। ਦੂਸਰੀ ਮੈਂ ਇੱਕ ਹੋਰ ਕਰੂੰ, ਇਹਨਾਂ ਨੇ ਕਿਹਾ ਜੀ ਮੇਰੇ ਕਾਂਗਰਸ ਦੇ ਮਿੱਤਰ ਨੇ ਕਿਹਾ ਕਿ ਜਿਹੜੇ ਆਪੋਜੀਸ਼ਨ ਵਾਲੇ ਉਹ ਧਿਆਨ ਰੱਖਣ। ਜਦ ਆਪੋਜੀਸ਼ਨ ਨੇ ਧਿਆਨ ਰੱਖਣਾ ਸੀਗਾ ਤਾਂ ਤੁਸੀਂ ਸੱਤਾ ਦੇ ਵਿੱਚ ਆਏ ਕਿਉਂ ਸੀਗੇ? ਤੁਸੀਂ ਕਿਉਂ ਅਕਾਲੀ ਦਲ ਨਾਲ ਰਲ ਕੇ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਸਰਕਾਰ ਆਉਣ ਦੇ ਵਿੱਚ ਰੋਕਿਆ? ਮੈਂ ਇੱਕ ਗੱਲ ਕਹੂੰਗਾ ਕਿ ਜਿਹੜੇ ਅਫਸਰ ਜਿਹੜੇ ਐਮਐਲਏ ਹੈਗੇ ਆ ਉਹ ਆਪਣੇ ਤੇ ਕਾਰਵਾਈ ਕਰੋ ਔਰ ਉਹਨਾਂ ਤੇ ਐਫਆਈਆਰ ਹੋਣੇ ਚਾਹੀਦੀਆਂ ਹੈਗੀਆਂ। ਚਲੋ ਸੁਖਬੀਰ ਬਾਦਲ ਵੀ ਇਹੀ ਕਹਿ ਰਿਹਾ ਔਰ ਹੋਰ ਵੀ ਨੇਤਾ ਇਹੀ ਕਹਿ ਰਹੇ ਨੇ, ਕੀ ਕਹਿਣਾ ਚਾਹੋਗੇ? ਹਾਂਜੀ ਢਿੱਲੋਂ ਸਾਹਿਬ। ਮੇਰਾ ਸਾਹਿਬ ਮਹਿਤਾ ਜੀ ਜੋ ਕਹਿ ਰਹੇ ਮੈਜਿਸਟ੍ਰੇਟ ਜਾਂਚ, ਕੈਪਟਨ ਸਾਹਿਬ ਨੇ ਕਈ ਮਸਲਿਆਂ 'ਚ ਮੈਜਿਸਟ੍ਰੇਟ ਜਾਂਚ ਕੀਤੀ, ਉਹਦੇ ਤੁਹਾਨੂੰ ਪਤਾ ਹੀ ਹੈ ਉਹਦੇ ਕੀ ਸਿੱਟੇ ਨਿਕਲੇ ਆ। ਅਸੀਂ ਤਾਂ ਇਹ ਮੰਗ ਕਰਦੇ ਹਾਂ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਤੇ ਜਿਹੜੇ ਉੱਥੇ ਮੌਜੂਦਾ ਐਮਐਲਏ ਆ ਜਾਂ ਉੱਥੇ ਅਫਸਰ ਨੇ ਉਹਨਾਂ ਦੇ ਤੁਰੰਤ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ। ਅਸੀਂ ਇਹ ਮੰਗ ਕਰਦੇ ਹਾਂ ਜਿਹੜੇ ਉਹ ਪਰਿਵਾਰ ਨੇ ਉਹਨਾਂ ਨੂੰ 25-25 ਲੱਖ ਰੁਪਈਆ ਉਹਨਾਂ ਨੂੰ ਮਾਲੀ ਸਹਾਇਤਾ, ਸੁਖਬੀਰ ਬਾਦਲ ਨੇ ਇਹ ਕਿਹਾ 25 ਲੱਖ ਦੇਣੀ ਇੱਕ ਸਰਕਾਰੀ ਨੌਕਰੀ ਦੇਣੀ ਚਾਹੀਦੀ ਆ। ਜੋ ਇਹ ਬੜਾ ਪਹਿਲਾਂ ਵੀ ਝੂਠ ਬੋਲਦੇ ਰਹੇ ਸਰਕਾਰੀ ਨੌਕਰੀ ਦੇਵਾਂਗੇ, ਉਸ ਪਰਿਵਾਰਾਂ ਨੂੰ ਤੁਸੀਂ ਜਿਹਨਾਂ ਦਾ ਘਰ ਦਾ ਜੀ ਮਰ ਗਿਆ। ਸਾਡੀ ਮੰਗ ਇਹੀ ਆ, ਅਸੀਂ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਉਹ ਪਰਿਵਾਰਾਂ ਲਈ ਉਸ ਲੜਾਈ ਲੜਾਂਗੇ, ਜਿੱਥੇ ਦਾ ਸੰਘਰਸ਼ ਕਰਨਾ ਪਿਆ ਅਸੀਂ ਉਹ ਵੀ ਕਰਾਂਗੇ। ਕਿ ਮੈਂ ਤਾਂ ਸਾਹਿਬ ਵਾਕਈ ਜਿਹੜੀ ਮੈਜਿਸਟ੍ਰੇਟ ਦੀ ਇਨਕੁਆਇਰੀ ਲਗਾਈ ਹੈ ਇਹ ਸਫੀਸ਼ੀਐਂਟ ਹੈ? ਕਿਉਂਕਿ ਉਹਨਾਂ ਦਾ ਕਹਿਣਾ ਵੀ ਜੱਜ ਕੋਈ ਰਿਟਾਇਰ ਜੱਜ ਦੀ ਡਿਊਟੀ ਲਾਈ ਜਾਏ ਜਿਹੜਾ ਨਿਰਪੱਖ ਹੋਵੇ, ਕਿਉਂਕਿ ਪ੍ਰੋਬਲਮ ਆਉਂਦੀ ਆ। ਹਾਲਾਂਕਿ ਤੁਸੀਂ 2 ਲੱਖ ਰੁਪਈਆ ਤੁਹਾਡੀ ਸਰਕਾਰ ਨੇ ਕਹਿ ਵੀ ਦਿੱਤਾ ਪਰ ਉਹ ਕਾਫੀ ਨਹੀਂ ਹੈ। 25 ਲੱਖ ਰੁਪਏ ਅਨਾਉਂਸ ਕੀਤਾ। ਪਿਛਲੀ ਸਰਕਾਰ 10 ਸਾਲ ਰਾਜ ਕਰਨ ਤੋਂ ਬਾਅਦ ਨਸ਼ਿਆਂ ਦੇ ਵਿੱਚ ਹੀ ਆ ਕੇ ਟੁੱਟੀ ਸੀ ਜੀ। ਠੀਕ ਆ, ਇਧਰ ਮੋਰਿਆ ਜੀ ਨੇ ਵੀ। ਮੈਂ ਕੋਈ ਸਿਆਸੀ ਗੱਲ ਇਸ ਦੁੱਖ 'ਚ ਨਹੀਂ ਕਰਨਾ ਚਾਹੁੰਦਾ, ਜਿੱਥੇ ਬੜੀਆਂ ਸਿਆਸਤ ਤਾਂ ਹੁਣ ਗਰਮਾ ਗਈ ਹੈ ਨਾ। ਗਰਮਾ ਗਈ ਤਾਂ ਫਿਰ ਇੱਕ ਚੀਜ਼, ਕਿਉਂਕਿ ਇਸੇ ਮੁੱਦੇ ਨੂੰ ਲੈ ਕੇ ਤਾਂ ਸੱਤਾ ਆਈ ਤੁਹਾਡੀ। ਜਾਂਦਾ ਹੈ ਕਿ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ। ਇਸ ਮੁੱਦੇ ਨੂੰ ਲੈ ਕੇ ਤੁਹਾਡੀ ਸੱਤਾ ਆਈ ਹੈ। ਤਾਂ ਬੋਲੇ ਛਾਨਣੀ ਕੀ ਬੋਲੇ। ਅੱਜ ਤੁਹਾਡੇ ਮੁੱਖ ਮੰਤਰੀ ਨੇ ਅੱਜ ਜਿਹੜੇ ਲੋਕਾਂ ਦੇ ਉੱਤੇ ਬਲੇਮ ਲੱਗਦੇ ਨੇ ਨਸ਼ੇ ਦੇ, ਨਸ਼ਾ ਫੈਲਾਉਣ ਦੇ, ਚਾਰੋਂ ਪਾਸੇ ਨਸ਼ਾ ਫੈਲਾਉਣ ਦੇ, ਉਹ ਲੋਕ ਅੱਜ ਤੁਹਾਡੀ ਇਹਨਾਂ ਦੇ ਖਿਲਾਫ ਜਿਹੜੇ ਅਸੀਂ ਕਹਿੰਦੇ ਠੀਕ ਹੈ ਆਪਣੀ ਜ਼ਿੰਮੇਵਾਰੀ ਵਿਪਕਸ਼ ਦੀ ਨਿਭਾ ਰਹੇ ਨੇ। ਪਰ ਮੈਂ ਇੱਕ ਗੱਲ ਜਿਹੜੀ ਸਪਸ਼ਟ ਕਰਨੀ ਚਾਹੁੰਦਾ, ਵਿਪਕਸ਼ ਆਰੋਪ ਲਗਾਉਣ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਸੋਚ ਲਵੇ ਕਿ ਉਹਨਾਂ ਆਦਰਸ਼ ਕੀ ਪੈਦਾ ਕੀਤੇ ਨੇ ਇਹਦੇ ਲਈ। ਅੱਜ ਜੇ ਕੈਪਟਨ ਸਾਹਿਬ ਦੇ ਉੱਤੇ ਉਹਨਾਂ ਦੀ ਜ਼ਿੰਮੇਵਾਰੀ ਦੇ ਉੱਤੇ ਕੋਈ ਉਂਗਲੀ ਉਠਾ ਰਹੇ ਨੇ, ਪਹਿਲਾਂ ਦੇਖ ਲੈਣ ਕਿ ਉਹਨਾਂ ਨੇ ਆਪਣੇ ਬੇੜੇ 'ਚ ਕਿਹੜੇ ਆਦਰਸ਼ ਪੈਦਾ ਕੀਤੇ ਨੇ। ਜਿਹੜੇ ਆਦਰਸ਼ ਪੈਦਾ ਕੀਤੇ ਨੇ ਉਹਨਾਂ ਦੇ ਅੱਗੇ ਉਦਾਂ ਦੇ ਇਸ਼ਾਰੇ ਮਿਲਦੇ ਨੇ। ਫਿਰ ਇਹ ਕੈਪਟਨ ਸਾਹਿਬ ਨੇ ਆਪਣੇ ਲੈਵਲ ਤੇ ਮੈਜਿਸਟ੍ਰੇਟ ਇਨਕੁਆਇਰੀ ਲਾਈ ਹੈ ਔਰ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਔਰ ਜੇ ਇਹਨਾਂ ਨੂੰ ਲੱਗਦਾ ਕਿ ਇਹ ਚੀਜ਼ ਨਹੀਂ ਹੋ ਰਹੀ, ਕੋਈ ਇਨਕੁਆਇਰੀ ਗਲਤ ਹੋ ਰਹੀ ਹੈ, ਕੁਝ ਹੋ ਰਹੀ ਹੈ, ਸਾਰਾ ਕੁਝ ਹੋ ਰਿਹਾ, ਅੱਜ ਤੱਕ ਪੰਜਾਬ ਦੇ ਵਿੱਚ 10 ਸਾਲ ਦੇ ਵਿੱਚ ਜਿਹੜੇ ਨਸ਼ਿਆਂ ਦੇ ਵਿੱਚ ਲੋਕ ਨੇ ਮਾਰੇ ਗਏ, ਡਰੱਗਸ ਲੈ ਕੇ ਮਾਰੇ ਗਏ, ਉਹਨਾਂ ਨੇ ਇਹਨਾਂ ਨੇ ਕੀ ਕੀਤਾ? ਅੱਜ ਸੁਖਬੀਰ ਬਾਦਲ ਸਾਹਿਬ ਧਰਨਾ ਇਸ ਲਈ ਦੇ ਰਿਹਾ ਕਿਉਂਕਿ ਅਕਾਲੀ ਦਲ ਖੇਰੂ ਹੋ ਰਿਹਾ, ਉਹਨੂੰ ਇਕੱਠਾ ਰੱਖਣ ਨੂੰ, ਉਹਨੂੰ ਬਚਾਉਣ ਲਈ ਅੱਜ ਉਹ ਘਰੋਂ ਨਿਕਲਿਆ। 2010 ਸੈਂਕੜਾ ਲੋਕ ਨਸ਼ੇ 'ਚ ਮਾਰੇ ਗਏ 10 ਸਾਲ 'ਚ। ਇਹਨਾਂ ਨੇ ਇੱਕ ਦਿਨ ਵੀ ਦੇਖੋ, ਪਿਛਲੇ 10 ਸਾਲਾਂ ਦਾ ਇਤਿਹਾਸ ਆਪਾਂ ਚੱਕ ਲਈਏ ਅਕਾਲੀ ਬੀਜੇਪੀ ਦਾ, ਪਿਛਲੇ ਇੱਕ ਦਿਨ 'ਚ ਵੀ ਇਹਨਾਂ ਨੇ ਜਿਸਲੇ ਨਸ਼ਿਆਂ 'ਚ ਲੋਕੀ ਮਾਰੇ ਗਏ, ਕਦੀ ਕਿਸੇ ਦੇ ਘਰ ਜਾ ਕੇ ਅਫਸੋਸ ਕੀਤਾ? ਕਿਸੇ ਨੂੰ ਗੱਲ ਕੱਪੜੀ ਪਾਈ? ਕੌਣ ਜਾਂਦਾ ਸੀ? ਅਸੀਂ ਕੋਈ ਗੱਲ ਕਰਦੇ ਹਾਂ, ਕੈਪਟਨ ਸਾਹਿਬ ਜਾਂਦੇ ਸੀ, ਅਸੀਂ ਵਿਪਕਸ਼ ਜਾਂਦਾ ਰਿਹਾ, ਅਸੀਂ ਜਦ ਵਿਪਕਸ਼ ਸੀ, ਲੇਕਿਨ ਅਸੀਂ ਕਹਿੰਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਅਸੀਂ ਕਹਿੰਦੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਰਾਜਨੀਤੀ ਨਹੀਂ ਹੋਣੀ ਚਾਹੀਦੀ। ਮੰਤਰੀ ਕਿਉਂ ਨਹੀਂ ਹੋਣੀ ਜਾ ਰਿਹਾ ਤੇ ਰਾਜਨੀਤੀ ਹੋ ਗਏ ਹਾਲਾਤ ਪੰਜਾਬ ਦੇ, ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਹਦੇ ਉੱਤੇ ਮੁੱਖ ਮੰਤਰੀ ਆਪਣੇ ਘਰੇ ਦਾ ਸਾਨੂੰ ਪੂਰੇ 24 ਘੰਟੇ ਹੋ ਗਏ ਸਖਤਾਈ ਜਿਹੜਾ ਸਮੁੱਚੇ ਪੰਜਾਬ ਦੇ ਵਿੱਚ ਐਸੀਆਂ ਤਰੁੱਟੀਆਂ ਜਿਹੜੀਆਂ ਐਸੀਆਂ ਘਟੀਆਂ ਹਰਕਤਾਂ ਹੁੰਦੀਆਂ ਨੇ, ਇਹਨਾਂ ਨੂੰ ਨਕੇਲ ਪਾਈ ਜਾ ਸਕੇ। ਇੱਕ ਯੂਨਾਨੀਮਸ ਨਹੀਂ, ਇੱਕ ਸਾਂਝੇ ਤੌਰ ਤੇ ਇਹਦੇ ਤੇ ਸੋਚ ਬਣਨੀ ਚਾਹੀਦੀ ਹੈ ਕਿ ਘਟੀਆ ਕੰਮ ਕਰਨ ਵਾਲਿਆਂ ਨੂੰ 302 ਦੇ ਤਹਿਤ ਅੰਦਰ ਹੋਣਾ ਚਾਹੀਦਾ, ਚਾਹੇ ਇਹਦੇ 'ਚ ਕੋਈ ਵੀ ਬੰਦਾ ਹੋਵੇ। ਨਹੀਂ, ਚਾਹੇ ਕੋਈ ਵੀ ਬੰਦਾ ਹੋਵੇ, ਲੇਕਿਨ ਜਿੱਦਾਂ ਤੁਹਾਡੇ ਵੀ ਲੀਡਰ ਨੇ ਕਿਹਾ ਅਮਨ ਅਰੋੜਾ ਜੀ ਨੇ ਪਈ, ਜਿਹੜੇ ਗ੍ਰਹਿ ਮੰਤਰੀ ਜਿਹੜਾ ਵਿਭਾਗ ਆ ਉਹ ਵੀ ਕੈਪਟਨ ਸਾਹਿਬ ਕੋ ਆ, ਆਬਕਾਰੀ ਵੀ ਕੈਪਟਨ ਸਾਹਿਬ ਕੋ ਆ, ਤੇ ਜ਼ਿੰਮੇਵਾਰੀ ਸਰਕਾਰ ਦੀ ਹੋਣੀ ਚਾਹੀਦੀ ਹੈ। ਖਾਸ ਕਰਕੇ ਕਾਂਗਰਸ ਦੇ ਲੀਡਰਾਂ ਨੇ ਵੀ ਕਹਿਤਾ, ਦੁੱਲੋ ਸਾਹਿਬ ਨੇ ਵੀ ਗੱਲ ਕਹੀ ਹੈ। ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਦੁੱਲੋ ਇਹਨਾਂ ਨੂੰ ਪੁੱਛ ਲੈਣਾ। ਇੱਕ ਮੈਂ ਇਸ ਤੋਂ ਪਹਿਲਾਂ ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ, ਸ਼ਾਰਟ ਥੋੜਾ ਜਿਹਾ ਕਰਿਆ ਇੱਕ ਜਿਹੜਾ ਮੁਛਲ ਪਿੰਡ ਦਾ ਜਿਹੜਾ ਸਾਬਕਾ ਸਰਪੰਚ ਹੈ ਉਹ ਕਹਿ ਰਿਹਾ ਹੈ ਕਿ ਇੱਕ ਇੰਜੈਕਸ਼ਨ ਹੈ, ਸ਼ਾਇਦ ਮੈਂ ਨਾਮ ਜੇ ਸਹੀ ਲੈ ਰਿਹਾ ਹਾਂ, ਨਿਫਾਮੈਂਟ ਕਰਕੇ ਇੱਕ ਇੰਜੈਕਸ਼ਨ ਹੈ ਜਿਹਦੀ ਕੀਮਤ 300-400 ਰੁਪਏ ਹੈਗੀ ਆ। ਉਹ ਕਈ ਹਸਪੀਟਲਾਂ 'ਚ ਪੁੱਛਿਆ, ਕਈ ਮੈਡੀਕਲ ਸਟੋਰ ਤੇ ਪੁੱਛਿਆ, ਉਹ ਇੰਜੈਕਸ਼ਨ ਜਿਹੜਾ ਲੋੜੀਂਦਾ ਸੀਗਾ ਇਹਦੇ 'ਚ ਦਵਾਈ ਦੇ ਵਿੱਚ ਜਾਨ ਬਚਾਉਣ ਦੇ ਕੰਮ ਦੇ ਵਿੱਚ, ਉਹ ਇੰਜੈਕਸ਼ਨ ਨਹੀਂ ਮਿਲ ਪਾਇਆ।
ਪੰਜਾਬ ਦਾ ਸਿਹਤ ਮੰਤਰਾਲਾ ਵੀ ਸੁੱਤਾ ਹੋਇਆ, ਆਬਕਾਰੀ ਮੰਤਰਾਲਾ ਵੀ ਸੁੱਤਾ ਹੋਇਆ, ਤੇ ਤੁਸੀਂ ਜਦੋਂ ਕਿਹਾ ਵੀ ਇਹ ਜਿਹੜਾ ਗ੍ਰਹਿ ਮੰਤਰਾਲਾ ਇਹ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਪਣੇ ਕੋਲ ਰੱਖਿਆ ਹੋਇਆ, ਬੇਸਿਕਲੀ ਮੈਂ ਕਿ ਹੋਰ ਉਚੇਚੇ ਤੌਰ ਤੇ ਗੱਲ ਕਹਿਣੀ ਚਾਹਾਂਗਾ, ਜਿਹੜਾ ਇਹਨਾਂ ਦਾ ਖੁਫੀਆ ਤੰਤਰ ਹੈਗਾ ਉਹ ਵੀ ਫੇਲ ਹੈਗਾ। ਉਹਦਾ ਕਾਰਨ, ਉਹਦੇ ਫੇਲ ਹੋਣ ਦੇ ਕਈ ਕਾਰਨ ਹੈਗੇ, ਜਿਵੇਂ ਸੁਖਬੀਰ ਸਿੰਘ ਬਾਦਲ ਜੀ ਨੇ ਕਿਹਾ ਕਿ ਇਹਨਾਂ ਦੇ ਜਿਹੜੇ ਐਮਐਲਏ ਆ ਉਹ ਇਹਦੇ ਵਿੱਚ ਇਨਵੋਲਵ ਹੈਗੇ ਆ। ਜਦੋਂ ਘਰ ਦਾ ਮੁਖੀਆ ਜਾਂ ਘਰ ਦਾ ਕੋਈ ਬੰਦਾ ਤੁਹਾਡਾ ਇਨਵੋਲਵ ਹੈ, ਅਫਸਰ ਕੀ ਕਰਨਗੇ? ਮੈਂ ਅਫਸਰਾਂ ਦਾ ਬਚਾਅ ਨਹੀਂ ਕਰ ਰਿਹਾ, ਜਿਹੜੇ ਕਲਪ੍ਰਿਟ ਹੈਗੇ ਆ ਉਹਨਾਂ ਦੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਹੈਗੀਆਂ, ਪਰ ਦੇਖੋ ਜਿਹੜੀਆਂ ਚੀਜ਼ਾਂ ਲੋੜੀਂਦੀਆਂ ਹੈਗੀਆਂ ਉਹ ਹੈ ਹੀ ਨਹੀਂ ਆ। ਦੂਸਰਾ, ਤੁਸੀਂ ਕਹਿ ਰਹੇ ਹੋ ਕਿ ਸਾਰੀ ਜ਼ਿੰਮੇਵਾਰੀ ਵਿਪਕਸ਼ ਦੀ ਹੈਗੀ ਹੈ, ਕਿ ਜਿਹੜੇ ਲੋਕ ਸੱਤਾ ਦੇ ਵਿੱਚ ਬੈਠੇ ਹੈ, ਕੈਪਟਨ ਅਮਰਿੰਦਰ ਸਿੰਘ ਜੀ ਦੀ ਪੂਰੀ ਜ਼ਿੰਮੇਵਾਰੀ ਹੈਗੀ ਹੈ, ਉਹਨਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੇ ਮੰਤਰੀ ਕੀ ਕਰ ਰਹੇ, ਉਹਨਾਂ ਦੇ ਐਮਐਲਏ ਕੀ ਕਰ ਰਹੇ ਹੈਗੇ ਆ। ਇਹ ਇਹਨਾਂ ਦਾ ਧਿਆਨ ਬਿਲਕੁਲ ਨਹੀਂ ਹੈਗਾ। ਮੈਂ ਇਹ ਕਹਿਣਾ ਚਾਹਾਂਗਾ, ਇਹਨਾਂ ਨੂੰ ਆਪਣਾ ਮਹਿਲ ਛੱਡ ਕੇ ਲੋਕਾਂ ਦੇ ਘਰ ਜਾਣਾ ਚਾਹੀਦਾ। ਹੁਣ ਕਹਿ ਰਹੇ ਸੁਖਬੀਰ ਬਾਦਲ ਜੀ ਵੀ ਹੁਣ ਘਰ ਜਾ ਰਹੇ ਆ। ਮੈਂ ਇਹ ਕਹਿਣਾ ਚਾਹੁੰਦਾ, ਜਦੋਂ ਸੁਖਬੀਰ ਸਿੰਘ ਬਾਦਲ ਜੀ ਜਦੋਂ ਸੱਤਾ ਦੇ ਵਿੱਚ ਸੀਗੇ, ਉਦੋਂ ਵੀ ਇਹਨਾਂ ਦੇ ਉੱਤੇ ਬਹੁਤ ਸਾਰੇ ਆਰੋਪ ਲੱਗੇ ਸੀ, ਇਹਨਾਂ ਦੀ ਪਾਰਟੀ ਦੇ ਉੱਤੇ ਆਰੋਪ ਲੱਗੇ ਸੀ, ਇਹਨਾਂ ਦੇ ਐਮਐਲਏ ਤੇ ਵੀ ਆਰੋਪ ਲੱਗੇ ਸੀ। ਕਾਂਗਰਸ ਤੋਂ ਵੱਖਰੀ ਅਕਾਲੀ ਦਲ ਨਹੀਂ ਹੈ, ਇਹ ਦੋਨੇ ਹੀ ਪਾਰਟੀਆਂ ਸੇਮ ਨੇ। ਚਲੋ ਹਾਂਜੀ, ਕੀ ਕਹਿਣਾ ਚਾਹੋਗੇ? ਕਿਉਂਕਿ ਸੁਖਬੀਰ ਬਾਦਲ ਨੇ ਵੀ ਕਿਹਾ ਸੀ ਵੀ ਕੈਪਟਨ ਸਾਹਿਬ ਤਾਂ ਹਾਲੇ ਤੱਕ ਇਸ਼ਤਿਹਾਰ ਤੇ ਆਪਣੀ ਜਿਹੜੀ ਵੀਡੀਓ ਕਾਨਫਰੰਸਿੰਗ ਦੇ ਵਿੱਚ ਹੀ ਰੁੱਝੇ ਹੋਏ ਨੇ, ਉਹਨਾਂ ਨੂੰ ਪਤਾ ਹੀ ਨਹੀਂ ਸੂਬਿਆਂ ਵਿੱਚ ਇਸ ਵੇਲੇ ਸ਼ਹਿਰਾਂ ਦੇ ਵਿੱਚ ਕੀ ਹੋ ਰਿਹਾ। ਕੱਲ ਉਹਨਾਂ ਦੀ ਸਟੇਟਮੈਂਟ ਆਈ ਸੀ, ਪੰਜਾਬ ਦੇ ਅੱਜ ਇੰਨੇ ਕੁ ਬੁਰੇ ਹੋ ਚੁੱਕੇ ਆ, ਚਾਹੇ ਡਿਵੈਲਪਮੈਂਟ ਲੈ ਲਓ, ਕਿਸੇ ਤੁਸੀਂ ਪੱਖ ਦੀ ਗੱਲ ਕਰ ਲਓ। ਅੱਜ ਤੁਸੀਂ ਜਿਹੜਾ ਇੱਥੇ ਈਵਨ ਕਿ ਜਿਹੜਾ ਸੈਂਟਰ ਵੱਲੋਂ ਰਾਸ਼ਨ ਹੈ ਉਹ ਚ ਘਟਾਲਾ 10 ਲੱਖ ਬੋਰੀ ਗਾਇਬ ਹੈ। ਤੁਸੀਂ ਦੱਸੋ ਇਹ ਕੀ ਹੋ ਰਿਹਾ? ਇਹ ਪੰਜਾਬ ਦੇ ਇੰਨੇ ਮਾੜੇ ਹਾਲਾਤ, ਮੈਨੂੰ ਲੱਗਦਾ ਜਿਵੇਂ ਇਸ ਦਾ ਬਹੁਤ ਪਛੜੇ ਸੂਬੇ ਦੇ ਪਹੁੰਚ ਗਏ ਜਿੰਨਾ ਨਾਲ ਸਾਡਾ ਡਿਵੈਲਪ ਸੂਬਾ ਸੀ। ਸਾਡੀ ਗੱਲ ਕਰਦੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਹਰ ਪਿੰਡ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਸੰਗਤ ਦਰਸ਼ਨ ਕਰਦੇ ਰਿਹਾ। ਮੁੱਖ ਮੰਤਰੀ ਸਾਹਿਬ ਨੇ ਅੱਜ ਤੱਕ ਮੈਨੂੰ ਲੁਧਿਆਣੇ, ਤੁਸੀਂ ਮਹਿਤਾ ਸਾਹਿਬ ਦੱਸਦੇ ਲੁਧਿਆਣੇ ਕਿੰਨੀ ਵਾਰ ਆ ਚੁੱਕੇ ਜਦ ਦੀ ਸਰਕਾਰ ਬਣੀ ਹੈ। ਇਹ ਸਾਡੇ ਦੇ ਉਂਗਲ ਚੱਕਣ ਨਾਲੋਂ ਪਹਿਲਾਂ ਆਪਣੇ ਗਰੇਬਾਨ ਝਾਕ ਮਾਰੋ। ਜੇ ਤੁਸੀਂ ਜਿਹੜੇ ਵਾਅਦੇ ਕਰਕੇ ਲੋਕਾਂ ਨਾਲ ਆਏ ਸੀ, ਲੋਕਾਂ ਦੀ ਸਿਹਤ ਦੇ ਵਾਅਦੇ ਕਰਕੇ ਆਏ ਸੀ, ਨੌਕਰੀਆਂ ਦੇ ਵਾਅਦੇ ਕਰਕੇ ਆਏ ਸੀ, ਤੁਸੀਂ ਬੇਰੋਜ਼ਗਾਰ ਭੱਤੇ ਦੇ ਵਾਅਦੇ ਕਰਕੇ ਆਏ ਸੀ, ਚਾਹੇ ਤੁਸੀਂ ਸ਼ਗਨ ਸਕੀਮਾਂ ਦੀ ਗੱਲ ਹੈ, ਮਹਾਰਾਜ ਸਾਹਿਬ ਦੇਖੋ ਹੋਰ ਨਵੀਂ ਵੱਡੀ ਤੁਹਾਨੂੰ ਇੱਕ ਵਾਦਾ ਪੂਰਾ ਹੋ ਰਿਹਾ। ਹੁਣ ਆਪਣਾ ਮੋਬਾਈਲ ਫੋਨ ਆ ਰਹੇ ਆ, ਇੱਕ ਹੋਰ ਗੱਲ ਦੱਸ, ਇੱਕ ਵਾਦਾ ਪੂਰਾ ਕਰ ਰਹੇ ਆ, ਮੋਬਾਈਲ ਫੋਨ ਆ ਰਹੇ ਆ। 51,000 ਜਿਹੜੀ ਸ਼ਗਨ ਸਕੀਮ ਦੀ ਇਹਨਾਂ ਨੇ ਗੱਲ ਕੀਤੀ ਸੀ, ਉਹ ਬੇਟੀਆਂ ਦੇ ਅੱਗੇ ਬੱਚੇ ਵੀ ਹੋ ਚੁੱਕੇ, ਹਲੇ ਤੱਕ ਉਹਨਾਂ ਨੂੰ ਸ਼ਗਨ ਸਕੀਮਾਂ ਨਹੀਂ ਆਈਆਂ। 10,000 ਦੇ ਤਕਰੀਬਨ ਇਹਨਾਂ ਦੀ ਐਪਲੀਕੇਸ਼ਨ ਰੁਕੀਆਂ ਹੋਈਆਂ। ਕਿਹੜੇ ਵਾਲੇ ਦੀ ਸਾਡੇ ਨਾਲ ਗੱਲ ਕਰਦੇ, ਕਿਹੜੀ ਸਾਨੂੰ ਜਾਂਚ ਦੀ ਗੱਲ ਕਰਦੇ ਆ? ਸਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਲੋਕਾਂ 'ਚ ਜਾ ਕੇ ਆਪਣਾ ਚਿਹਰਾ ਦੇਖੋ। 2022 ਨੇੜੇ ਆ, ਤੁਹਾਨੂੰ ਲੋਕ ਕੀ ਤੁਹਾਨੂੰ ਦੇਖਣਗੇ? ਚਲੋ ਸਾਡੇ ਨਾਲ ਤੁਸੀਂ ਕੋਈ ਨਹੀਂ, ਪੁੱਛ ਲੈਣਾ। ਹਾਂਜੀ, ਕੀ ਕਹਿਣਾ ਚਾਹੋਗੇ? ਦੇਖੋ, ਜਿੱਥੇ ਤਾਂ ਜ਼ਹਿਰੀਲੀ ਸ਼ਰਾਬ ਦੀ ਗੱਲ ਸੀ ਉਹਦਾ ਕਲੀਅਰ ਹੋਇਆ, ਔਰ ਉਹਨਾਂ ਨੇ ਰਾਸ਼ਨ ਦੀ ਗੱਲ ਕੀਤੀ ਹੈ। ਔਰ ਤੁਸੀਂ ਜਾਣਦੇ ਹੋਗੇ ਕਿ 4-5 ਦਿਨ ਪਹਿਲਾਂ ਜਿਸਲੇ ਸਰਕਾਰ ਨੇ ਨੀਲੇ ਕਾਰਡਾਂ ਨੂੰ ਲੈ ਕੇ ਇੱਕ ਜਾਂਚ ਕਰਾਉਣ ਦੀ ਰੱਖੀ ਸੀ ਸਾਹਮਣੇ ਕਿ ਜਿਹੜੇ ਲੋਕਾਂ ਨੇ ਇਹ ਕਾਰਡ ਪਾਸ ਕੀਤੇ ਨੇ, ਜ਼ਰੂਰਤਮੰਦਾਂ ਦਾ ਰਾਸ਼ਨ ਖਾਧਾ ਹੈ, ਉਹਨਾਂ ਦੀ ਵੀ ਜਾਂਚ ਹੋਊਗੀ ਤੇ ਉਹਨਾਂ ਤੋਂ ਪੈਸੇ ਲਿੱਤੇ ਜਾਣਗੇ। ਉਹਦੇ ਬਾਅਦ ਇਹ ਆ ਮਸਲੇ ਨੂੰ ਚੱਕ ਕੇ ਲਿਆਏ। ਜਿੱਦਾਂ ਸੱਚਾ ਸੌਦਾ ਵਾਲਿਆਂ ਨੇ ਗੱਲ ਕੀਤੀ, ਉਹ ਗੱਲ ਆ ਗਈ ਅਕਾਲੀ ਦਲ ਦੇ ਸਾਹਮਣੇ, ਉਹਦਾ ਜਵਾਬ ਨਹੀਂ ਦਿੱਤਾ ਗਿਆ। ਦੂਜੇ ਪਾਸੇ ਉਹ ਕਾਨੂੰਨ ਨੂੰ ਲੈ ਕੇ ਲੱਗੇ, ਤੇ ਜੇ ਕਾਂਗਰਸ ਨੇ ਕੋਈ ਉਹਦਾ ਕਾਊਂਟਰ ਕੀਤਾ, ਤੇ ਤੀਜੇ ਪਾਸੇ ਰਾਸ਼ਨ ਨੂੰ ਲੈ ਕੇ ਲੱਗੇ। ਅੱਜ ਇਹ ਚੀਜ਼ਾਂ ਬੁਰਾਈ ਨੂੰ ਬੁਰਾਈ ਨਾਲ ਨਹੀਂ ਕੱਟਣਾ, ਬੁਰਾਈ ਨੂੰ ਛਾਈ ਨਾਲ ਕੱਟਣ ਵਾਲੀ ਗੱਲ ਤੇ ਆਓ। ਅੱਜ ਜੇ ਮੈਂ ਮੋਰਿਆ ਜੀ ਨੇ ਜਿੱਦਾਂ ਕਿਹਾ ਸੀ, ਆਪਣੇ ਢਿੱਲੋਂ ਸਾਹਿਬ ਵੀ ਕਹਿ ਰਿਹਾ, ਅੱਜ ਸੋਚ ਅਸੀਂ ਬੁਰਾਈ ਨੂੰ ਛਾਈ ਨਾਲ ਕੱਟਣ ਵਾਲੀ ਕਿਉਂ ਨਹੀਂ ਲੈਂਦੇ? ਅਸੀਂ ਕਹਿੰਦੇ ਆ ਕਿ ਸਾਡੇ 'ਚ 50 ਬੁਰਾਈਆਂ ਆ ਗਈਆਂ, ਅਸੀਂ ਸੱਤਾ 'ਚ ਬੈਠੇ ਆ, ਤੇ ਤੁਸੀਂ ਕੋਈ ਅੱਛਾਈ ਵਾਲੀ ਗੱਲ ਦੱਸ ਦਿਓ ਆਪਣੀ। ਤੁਸੀਂ 10 ਸਾਲ ਬਾਅਦ ਕਿਉਂ ਅੱਜ ਓਪੋਜੀਸ਼ਨ 'ਚ ਗਏ? ਅੱਜ ਜਿਹੜੀਆਂ ਪਾਰਟੀਆਂ ਨਵੀਆਂ, ਚਾਹੇ ਆਪ ਪਾਰਟੀ ਜਾਂ ਹੋਰ ਸਿਰ ਕੱਢ ਰਹੀਆਂ ਨੇ, ਇਹਨਾਂ 'ਚ ਵੀ ਬੰਦੇ ਤਾਂ ਪੁਰਾਣੀਆਂ ਪਾਰਟੀਆਂ ਦੇ ਵੀ ਜ਼ਿਆਦਾਤਰ ਨੇ। ਅੱਜ ਸੋਚ ਕਰਨ ਦੀ ਗੱਲ ਇਹ ਹੈ, ਲੋਕਾਂ ਦੇ ਹਿੱਤ ਦੀ ਕੋਈ ਵੀ ਗੱਲ ਹੈ, ਅਸੀਂ ਉਹਦੇ ਤੇ ਇੱਕ ਸੋਚ ਕਿਉਂ ਨਹੀਂ ਬਣਾਉਂਦੇ? ਅਸੀਂ ਕਿਉਂ ਇੱਕ ਦੂਜੇ ਨੂੰ ਸਿਰਫ ਨੀਚਾ ਦਿਖਾਉਣ ਤੇ ਲੱਗੇ ਹੋਏ ਆ? ਜੇ ਸਾਡੇ ਸਰਕਾਰ ਦੇ ਵਿੱਚ ਕੋਈ ਚੀਜ਼ ਆ ਗਈ, ਅਸੀਂ ਕਹਿੰਦੇ ਉਹਦੀ ਜ਼ਿੰਮੇਵਾਰੀ ਲੈਣੇ ਆ। ਕੈਪਟਨ ਸਾਹਿਬ ਨੇ ਅੱਜ ਵੀ ਸੱਚੜੇ ਆ, ਹਰ ਵਾਰੀ ਲੋਕਾਂ ਦੀਆਂ ਗੱਲਾਂ ਸੁਣਦੇ ਨੇ, ਉਹ ਦੱਸਦੇ ਨੇ, ਤੇ ਪ੍ਰਧਾਨ ਮੰਤਰੀ ਤਾਂ ਮਨ ਦੀ ਗੱਲ ਤੇ ਹਰ ਮਹੀਨੇ ਕਰੋੜਾਂ ਰੁਪਏ ਖਰਚ ਰਿਹਾ। ਉੱਥੇ ਤੁਸੀਂ ਸੱਤਾ 'ਚ ਬੈਠੇ ਹੋ, ਉੱਥੇ ਲਾਲੀਪਾਪ ਮੂੰਹ 'ਚ ਆ ਜਾਂਦਾ। ਜਿਸਲੇ ਕਿਸਾਨੀ ਦੀ ਗੱਲ ਆਈ, ਉੱਥੇ ਥੋਪਿਆ ਗਿਆ ਕਾਨੂੰਨ ਸੈਂਟਰ ਵੱਲੋਂ, ਇੱਥੇ ਤੱਕ ਮਗਰਮੱਛੀ ਅੰਸੂ ਬਿਠਾਉਂਦੇ ਰਹੇ ਅਕਾਲੀ, ਸੈਂਟਰ 'ਚ ਜਾ ਕੇ ਬੋਲੇ ਨਹੀਂ। ਚਲੋ, ਮਗਰਮੱਛ ਦੇ ਅੰਸੂ ਤੋਂ ਮੈਨੂੰ ਯਾਦ ਆ ਗਈ ਹੁਣ ਗੱਲ, ਕਿਉਂਕਿ ਹੁਣੇ ਮੈਂ ਦੇਖ ਰਿਹਾ ਸੀਗਾ ਟੀਵੀ ਤੇ ਹੀ, ਭਈ ਜਦੋਂ
ਸ਼ਮਸ਼ਾਨ ਘਾਟ ਦੇ ਅੰਦਰ, ਹਾਲਾਂਕਿ ਪ੍ਰਸ਼ਾਸਨ ਦਾ ਕਸੂਰ ਹੈ ਕਿ ਚਾਹੇ ਸਰਕਾਰ ਦਾ ਕਸੂਰ ਹੈ, ਮੌर्य ਸਾਹਿਬ ਤੁਹਾਡੇ ਨਾਲ ਗੱਲ ਕਰ ਰਿਹਾ ਜੀ, ਕਿ ਆਪਾਂ ਸਰਕਾਰ ਦਾ ਕਸੂਰ ਤਾਂ ਕੱਢ ਰਹੇ ਹਾਂ, ਕਿ ਇਹ ਪ੍ਰਸ਼ਾਸਨ ਦਾ ਕਸੂਰ ਨਹੀਂ ਹੈ? ਪ੍ਰਸ਼ਾਸਨ ਦਾ ਕਸੂਰ ਤੇ ਮੈਂ ਤੁਹਾਨੂੰ ਸਵਾਲ ਕਰਦਾ ਵੀ ਮੈਂ ਤੁਹਾਨੂੰ ਇੱਕ ਹਾਦਸਾ ਦੱਸ ਦਿੰਦਾ ਉੱਥੇ ਦਾ ਜਿਹੜਾ ਕੱਲ ਬੀਤਿਆ। ਕਹਿੰਦੇ ਲਾਈਨਾਂ ਤਾਂ ਲੱਗੀਆਂ ਸੀਗੀਆਂ ਸਿਵਲ ਹਸਪੀਟਲ ਵਿੱਚ ਵੀ, ਇੱਕ ਤੋਂ ਬਾਅਦ ਲਾਈਨ ਲੱਗ ਗਈ ਜਿਹੜਿਆਂ ਦੀ ਡੈੱਡ ਬੋਡੀਜ਼ ਦੀ, ਜਿਹੜੇ ਲੋਕ ਹਸਪਤਾਲਾਂ ਵਿੱਚ ਮਰ ਰਹੇ ਸੀ, ਦਵਾਈ ਨਹੀਂ ਮਿਲ ਰਹੀ ਸੀ, ਜਿੱਦਾਂ ਤੁਸੀਂ ਦੱਸਿਆ ਉਪਚਾਰ ਨਹੀਂ ਹੋ ਰਿਹਾ ਸੀ ਸਹੀ। ਤੇ ਜਦੋਂ ਲਾਈਨਾਂ ਸ਼ਮਸ਼ਾਨ ਘਾਟ 'ਚ ਵੀ ਲੱਗ ਗਈਆਂ ਤਾਂ ਲੋਕਾਂ ਨੇ ਦੇਖਿਆ ਦਾਹ ਸੰਸਕਾਰ ਵੇਲੇ, ਔਰ ਲੋਕਾਂ ਨੇ ਕਿਹਾ, ਉਹਨਾਂ ਦੇ ਪਰਿਵਾਰਾਂ ਦਾ ਕਹਿਣਾ ਇਹ ਸੀ ਵੀ ਅੱਜ ਅਸੀਂ ਜਿਹੜੇ ਆਂਸੂ ਹੈ ਸਾਡੇ ਖੂਨ ਦੇ ਆਂਸੂ ਆ, ਅਸੀਂ ਚਾਹੁੰਦੇ ਆ ਵੀ ਜਿੱਦਾਂ ਇਹ ਸਾਡੇ ਪਰਿਵਾਰ ਦਾ ਮੈਂਬਰ ਮਰਿਆ ਇਸੇ ਤਰੀਕੇ ਨਾਲ ਉਹ ਦੋਸ਼ੀਆਂ ਨੂੰ ਫੜ ਕੇ ਇੱਥੇ ਦਾਹ ਸੰਸਕਾਰ ਕੀਤਾ ਜਾਏ। ਅੱਜ ਉਹ ਕਹਿ ਰਹੇ ਵੀ ਸਾਡੇ ਆਂਸੂ ਜਿਹੜੇ ਆ ਖੂਨ ਦੇ ਆਂਸੂ ਆ। ਆਂਸੂਆਂ ਦੀ ਗੱਲ ਚੱਲੀ ਸੀ, ਮੈਂ ਤਾਂ ਤੁਹਾਨੂੰ ਉਦਾਹਰਨ ਦੇਤੀ। ਕੀ ਕਹਿਣਾ ਚਾਹੋਗੇ ਉਹਦੇ ਵਾਸਤੇ? ਉਹਨਾਂ ਦਾ ਕੀ ਉਹਦਾ ਤੁਸੀਂ ਜ਼ਿੰਮੇਵਾਰੀ ਠਹਿਰਾਉਂਦੇ ਹੋ? ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਇਹਦੇ ਨਾਲ। ਪਹਿਲਾਂ ਤਾਂ ਪਰਿਵਾਰ ਨੂੰ ਜਿਹਦੇ ਜੀ ਮਰੇ ਹੈ, ਪਰ ਹਰ ਜੀਵ ਦੇ ਜਿਹੜੀ ਡੈਥ ਹੋਈ ਹੈ 50 ਲੱਖ ਰੁਪਇਆ ਦੇਣਾ ਚਾਹੀਦਾ ਸਰਕਾਰ ਨੂੰ। ਸੁਖਬੀਰ ਬਾਦਲ 25 ਕਹਿ ਰਹੇ, ਤੁਸੀਂ ਆਮ ਆਦਮੀ 50 ਕਹਿ ਰਹੀ ਹੈ। ਅਸੀਂ ਤਾਂ ਇਹਦਾ ਕਹਿ ਰਹੇ ਹਾਂ ਕਿ ਜਿਨ੍ਹਾਂ ਦੇ 30 ਲੱਖ ਰੁਪਏ ਦੇ ਕੇ ਉਹ ਪਰਿਵਾਰ ਦੀ ਭਰਵਾਈ ਹੋ ਜੂ, ਉਹਦੇ ਮੈਂਬਰ ਦੀ ਨਹੀਂ ਹੋ ਸਕਦੀ, ਬਿਲਕੁਲ ਨਹੀਂ ਹੋ ਸਕਦੀ। ਲੇਕਿਨ ਇਹ ਹੈ ਵੀ ਕੁਝ ਹੱਦ ਤੱਕ ਉਹਨਾਂ ਦੇ ਮਲਮ ਜ਼ਰੂਰ ਲਗਾਈ ਜਾ ਸਕਦੀ। ਜਿਨ੍ਹਾਂ ਦਾ ਜੀ ਚਲਾ ਗਿਆ ਉਹ ਕਦੇ ਵਾਪਸ ਨਹੀਂ ਆਣਾ, ਔਰ ਉਹਨਾਂ ਨੂੰ ਜਿਵੇਂ ਸਰਕਾਰੀ ਨੌਕਰੀ ਜਾਂ ਕਿਤੇ ਉਹਨਾਂ ਦਾ ਜਿਹੜਾ ਬਣਦਾ ਹੱਕ ਆ ਉਹ ਦਿੱਤਾ ਜਾਵੇ, ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਬੰਦੇ ਇਦਾਂ ਸੀ, ਕੋਈ ਦੁੱਧ ਦੀ ਸਪਲਾਈ ਕਰਦਾ ਸੀਗਾ, ਕੋਈ ਹੋਰ ਛੋਟੇ ਮੋਟੇ ਗਰੀਬ ਦੁੱਕਾ ਜ਼ਿਆਦਾ ਸੀ। ਹਾਂ, ਬਹੁਤ ਗਰੀਬ ਬੰਦੇ ਮਰੇ ਆ। ਔਰ ਦੂਸਰਾ ਤੁਸੀਂ ਦੇਖੋ ਪ੍ਰਸ਼ਾਸਨ ਦੀ ਕੀ ਖੇਡ ਰਿਹਾ, ਉੱਥੇ ਜਿਹੜੀ ਡੈੱਡ ਬੋਡੀਜ਼ ਹੈਗੀਆਂ ਉਹਨਾਂ ਨੂੰ ਪੋਸਟਮਾਰਟਮ ਨਹੀਂ ਹੋਣ ਦੇ ਰਹੇ। ਇਹ ਵੀ ਗੱਲ ਸਾਹਮਣੇ ਆਈ ਪ੍ਰਸ਼ਾਸਨ। ਇਹ ਕਿਹੜੀ ਗੱਲ ਹੈਗੀ ਆ? ਤੁਹਾਨੂੰ ਚਾਹੀਦਾ ਸੀਗਾ ਪੋਸਟਮਾਰਟਮ ਕਰਦੇ। ਇਹ ਜਦੋਂ ਇਹ ਹੱਤਿਆ ਵਾ, ਜਦੋਂ ਕੋਈ ਇਦਾਂ ਦਾ ਮਰਡਰ ਹੁੰਦਾ, ਕੋਈ ਐਕਸੀਡੈਂਟ ਹੁੰਦਾ, ਉਹਦੀ FIR ਹੋਣੀ ਬਹੁਤ ਜ਼ਰੂਰੀ ਹੈ। ਇਹ ਸਾਡਾ ਕਾਨੂੰਨ ਕਹਿੰਦਾ, ਇਹ ਕਾਨੂੰਨ ਦੀ ਉਲੰਘਣਾ ਕਰ ਰਹੇ ਆ। ਜਿੱਥੇ ਤੱਕ ਲਾਈਨਾਂ ਲੱਗਣ ਦੀ ਗੱਲ ਹੈ, ਇਹ ਪੈਂਡੈਮਿਕ ਦੇ ਵਿੱਚ, ਇਹ ਮਹਾਮਾਰੀ ਦੇ ਵਿੱਚ ਲੋਕ ਪਹਿਲਾਂ ਹੀ ਬਹੁਤ ਡਰੇ ਹੋਏ ਆ। ਲੋਕ ਹਸਪੀਟਲ ਦੇ ਵਿੱਚ ਲਾਈਨਾਂ ਲਗਾ ਕੇ ਬੈਠੇ ਆ। ਹੁਣ ਦੇਖੋ ਇਹੋ ਜਿਹੇ ਦਿਨ ਆ ਗਏ ਕਿ ਸ਼ਮਸ਼ਾਨ ਘਾਟਾਂ 'ਚ ਲਾਈਨਾਂ ਲੱਗਣ ਲੱਗ ਗਈਆਂ। ਇਹ ਬਹੁਤ ਮੰਦਭਾਗਾ ਆ। ਪੰਜਾਬ ਸਰਕਾਰ ਨੂੰ ਉਚੇਚੇ ਤੌਰ ਤੇ ਇਹਦੀ ਜਾਂਚ ਕਰਾਣੀ ਚਾਹੀਦੀ ਆ, ਔਰ ਓਨੈਸਟ ਆਫੀਸਰਸ ਤੋਂ ਜਾਂਚ ਕਰਾਣੀ ਚਾਹੀਦੀ ਆ। ਔਰ ਦੇਖੋ ਜਦੋਂ ਤੁਸੀਂ ਓਨੈਸਟੀ ਨਾਲ ਕੰਮ ਕਰੋਗੇ, ਲੋਕ ਸਭ ਜਾਣਦੇ ਆ। ਚੰਗਾ ਕਰੋਗੇ, ਚੰਗਾ ਰਿਪਲਾਈ ਆਊਗਾ, ਮਾੜਾ ਕਰੋਗੇ ਇਹ ਲੋਕ ਤੁਹਾਨੂੰ ਸੱਤਾ ਤੋਂ ਲਾ ਕੇ ਪਰੇ ਮਾਰਨਗੇ। ਚਲੋ ਸਾਹਿਬ, ਮੈਂ ਪੁੱਛਣਾ ਚਾਹੁੰਦਾ ਵੀ ਕੀ ਪੋਸਟਮਾਰਟਮ ਦੀ ਗੱਲ ਚੱਲੀ ਸੀ, ਉਹ ਕਹਿੰਦੇ ਵੀ ਘੱਟੋ ਘੱਟ 16, ਕੱਲ ਦੀ ਜਿਹੜੀ ਖਬਰ ਹੈ 49 ਵਿੱਚੋਂ 16 ਐਸੀ ਡੈੱਡ ਬੋਡੀਆਂ ਸੀਗੀਆਂ ਜਿਨ੍ਹਾਂ ਨੂੰ ਬਗੈਰ ਪੋਸਟਮਾਰਟਮ ਤੇ ਸੰਸਕਾਰ ਕਰਨਾ ਪਿਆ। ਕੀ ਇਹ ਕਾਨੂੰਨ ਇਹ ਕਹਿੰਦਾ? ਇਹਦਾ ਮਤਲਬ ਲੋਕ ਇਹ ਕਹਿ ਰਹੇ ਨੇ ਵੀ ਕੀ ਇਹ ਪੋਸਟਮਾਰਟਮ ਤੇ ਕੁਝ ਛੁਪਾਉਣਾ ਚਾਹੁੰਦੇ ਸੀ? ਮਹਾਰਾਜ ਸਾਹਿਬ, ਇੰਨੀ ਨਲਾਇਕੀ ਹੈਲਥ ਡਿਪਾਰਟਮੈਂਟ ਦੀ, ਜਾਂ ਮੈਂ ਕਹਿੰਦਾ ਮੰਤਰੀ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਇੱਕ ਪਿੱਛੇ ਜੇ ਤੁਸੀਂ ਦੇਖਿਆ ਹੋਣਾ, ਆਪਣੇ ਇੱਕ ਦਾਦੇ ਦੀ ਮੁੰਡੇ ਲਾਸ਼ ਲੈ ਕੇ ਜਾ ਰਹੇ, ਜਦੋਂ ਉਹਨਾਂ ਨੇ ਧੱਕੇ ਨਾਲ ਉਹਦਾ ਮੂੰਹ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਲੇਡੀ ਦੀ ਲਾਸ਼ ਨਿਕਲਦੀ ਪਈ ਹੈ। ਲਾਸ਼ਾਂ ਜਿਹੜੀਆਂ ਲੋਕ ਲੈ ਕੇ ਜਾ ਰਹੇ, ਉਹਨਾਂ ਨੂੰ ਕਿਸੇ ਨੂੰ ਚੂਹੇ ਨੇ ਖਾਧਾ ਹੋਇਆ, ਕਿਸੇ ਨੂੰ। ਇਹ ਕੀ ਹੋ ਰਿਹਾ ਪੰਜਾਬ ਦੇ? ਕਿਹੜਾ ਬੇੜਾ ਗਰਕ ਕਰਨ ਦੇ ਲੁਕੇ ਹੋਏ ਨੇ ਲੋਕ, ਸਮਝ ਤੋਂ ਬਾਹਰ, ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ। ਸਿਰਫ ਇਹਨਾਂ ਨੂੰ ਟੀਵੀ ਮੋਰੇ ਬੈਠ ਕੇ ਜਾਂ ਮੋਬਾਈਲ ਤੇ ਕੈਪਟਨ ਸਾਹਿਬ ਤੀਜੇ ਦਿਨ ਮਹਿਤਾ ਸਾਹਿਬ ਕਹਿ ਰਹੇ ਨੇ, ਆਪਣੇ ਡੀਸੀਆਂ ਤੋਂ ਰਿਪੋਰਟ ਲੈਂਦੇ ਨੇ। ਤੁਸੀਂ ਆਮ ਬੰਦੇ ਨੂੰ ਜਾ ਕੇ ਪੁੱਛੋ ਉਹਦੇ ਹਾਲਾਤ ਕੀ ਨੇ ਇਸ ਟਾਈਮ ਪੈਦਾ ਹੋ ਗਏ ਪੰਜਾਬ ਦੇ। ਇਹ ਕਾਨੂੰਨ ਦੇ ਉਲਟ ਹੋ ਕੇ ਜਿਹੜੇ ਇਹ ਆ ਪੋਸਟਮਾਰਟਮ ਤੋਂ ਬਗੈਰ ਡੈੱਡ ਬੋਡੀਆਂ ਦੇ ਰਿਹਾ, ਇਹ ਪੰਜਾਬ ਦੇ ਵਿੱਚ ਬੜਾ ਵੱਡਾ ਘਾਣ ਹੈ। ਪਤਾ ਨਹੀਂ ਉਹਨਾਂ ਦੇ ਅੰਦਰ ਪਾਰਟਸ ਵੀ ਕੀ ਪਤਾ ਕੱਢ ਲਏ ਹੋਣ ਬੋਡੀਆਂ ਦੇ, ਕੁਛ ਨਹੀਂ ਪਤਾ ਲੱਗਦਾ। ਸੀਲ ਕਰਕੇ ਦੇ ਦਿੰਦੇ, ਜਾ ਕੇ ਸੰਸਕਾਰ ਕਰ। ਇਸ ਕਰਕੇ ਇਹਦੀ ਜਾਂਚ ਅੱਜ ਤਾਂ CBI ਦੀ ਜਾਂਚ ਹੋਣੀ ਚਾਹੀਦੀ ਹੈ ਇਹਦੀ। ਚਲੋ, ਮੈਂ ਤਾਂ ਸਾਹਿਬ ਬਾਕੀ ਤੁਸੀਂ ਸਮਝਦੇ ਹੋ ਵੀ ਇਹ ਜਿਹੜਾ ਪ੍ਰਸ਼ਾਸਨ ਵੀ ਗਾਲੀਆਂ ਕਰ ਰਿਹਾ, ਗਲਤੀਆਂ ਕਰ ਰਿਹਾ, ਕਿੱਥੇ ਹੱਦ ਤੱਕ ਠੀਕ ਹੈ? ਇਹ ਕੇਸਾਂ 'ਚ ਜੇ ਬਿਨਾਂ ਪੋਸਟਮਾਰਟਮ ਤੋਂ ਕੋਈ ਇਦਾਂ ਦਾ ਹੁੰਦਾ, ਇਹ ਤਾਂ ਸਰਾਸਰ ਗਲਤ। ਅੱਜ ਸਾਰੇ ਸਵੇਰੇ ਸਾਰੇ ਪੇਪਰਾਂ ਦੀ ਸੁਰਖੀਆਂ ਵੀ ਇਹੀ ਸੀਗੀਆਂ ਵੀ ਬਿਨਾਂ ਪੋਸਟਮਾਰਟਮ ਤੋਂ ਬੋਡੀ ਨੂੰ ਸੰਸਕਾਰ ਕੀਤਾ ਗਿਆ। ਜਿਹਨੇ ਵੀ ਕੀਤਾ, ਜਿਹੜਾ ਵੀ ਕਰ ਰਿਹਾ, ਉਹਦੇ ਤੇ ਵੀ ਕਾਰਵਾਈ ਹੁੰਦੀ ਨਹੀਂ। ਪਰ ਇਹ ਹੋਇਆ ਕਿਉਂ? ਬੋਡੀ ਨੂੰ ਜਦੋਂ ਪੁਲਿਸ ਥਾਣੇ ਤੋਂ ਲੈ ਕੇ ਆਪਣਾ ਸਿਵਲ ਹਸਪੀਟਲ ਤੱਕ ਲੈ ਕੇ, ਹਸਪੀਟਲ ਤੋਂ ਲੈ ਕੇ ਡੈੱਡ ਬੋਡੀ ਸੰਸਕਾਰ ਤੱਕ ਜਦੋਂ ਜਾਣਾ ਹੁੰਦਾ, ਬਹੁਤ ਫਾਰਮੈਲਿਟੀਆਂ ਹੁੰਦੀਆਂ, ਸਭ ਜਗ੍ਹਾ ਪ੍ਰਸ਼ਾਸਨ ਇਨਵੋਲਵ ਹੁੰਦਾ। ਫਿਰ ਕਿਸ ਤਰ੍ਹਾਂ ਵਿਦਆਊਟ ਪੋਸਟਮਾਰਟਮ ਤੇ ਇਹ ਸੰਸਕਾਰ ਕੀਤਾ ਗਿਆ? ਦੇਖੋ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਹੁਣ ਉੱਥੇ ਦੀ ਸਿਚੁਏਸ਼ਨ ਦੇ ਵਿੱਚ ਉਹਨਾਂ ਨੇ ਕਿਹੜੀਆਂ ਅੰਗੈਲੀਆਂ ਕੀਤੀਆਂ, ਕੀ ਕੀਤੀਆਂ, ਇਸ ਲਈ ਜਾਂਚ ਬੈਠੀ ਹੈ। ਚਾਹੇ ਉਹ ਸ਼ਰਾਬ ਵੇਚਣ ਵਾਲੇ ਹੈ,
ਚਾਹੇ ਉਹਦੇ ਬਾਅਦ ਪ੍ਰਸ਼ਾਸਨਿਕ ਜ਼ਿੰਮੇਵਾਰੀ ਤੋਂ ਭੱਜਣ ਵਾਲੇ ਆ, ਲਾਪਰਵਾਹੀ ਕਰਨ ਵਾਲੇ ਆ। ਮੈਂ ਤਾਂ ਸਭ ਇਹ ਸਾਰੇ ਉਹਦੇ ਚ ਆਉਗੇ। ਜਿੱਦਾਂ ਢਿੱਲੋਂ ਸਾਹਿਬ ਨੇ ਕਿਹਾ, ਇਹਨਾਂ ਨੇ ਇੱਕ ਬਜ਼ੁਰਗ ਦੀ ਗੱਲ ਕੀਤੀ ਤੇ ਇੱਕ ਲੇਡੀਜ਼ ਦੀ ਚੂਹੇ ਵਾਲੀ ਗੱਲ ਕੀਤੀ। ਇਹ ਇਸ ਮੁੱਦੇ ਤੋਂ ਹਟ ਕੇ ਅੰਗੈਲੀਆਂ ਨੇ ਪ੍ਰਾਈਵੇਟ ਹਸਪੀਟਲਾਂ ਦੀਆਂ, ਇਹ ਅੰਗੈਲੀਆਂ ਨੇ ਡੈਡ ਬੋਡੀ ਗਈ ਹੈ ਜੀ। ਇਹ ਜਿਹੜੀ ਲੇਡੀਜ਼ ਆ ਰਹੀ ਉਹ ਵੀ ਭਾਜੀ ਉਧਰ ਪ੍ਰਾਈਵੇਟ ਹਸਪੀਟਲ ਦੀ ਹੈ। ਨਹੀਂ ਸਰਕਾਰੀ ਹਸਪੀਟਲ ਦੇ ਇਲਾਜ ਹੋਵੇ, ਸਰਕਾਰੀ ਇੱਕ ਮਿੰਟ ਮੈਂ ਗੱਲ ਕਰੂੰਗਾ, ਸਰਕਾਰੀ ਇੱਕ ਮਿੰਟ ਜਵਾਬ ਦਊਂਗਾ। ਲੁਧਿਆਣਾ ਸ਼ਹਿਰ ਏਡਾ ਵੱਡਾ ਸ਼ਹਿਰ ਆ, ਸਰਕਾਰ ਕਹਿੰਦੀ ਸਾਡੇ ਕੋਵਿਡ-19 ਦੇ ਬੈੱਡ ਬੜੇ ਆ, ਸਾਡੇ ਕੋਲ ਪੂਰੀ ਆ। ਇੱਕ ਵਪਾਰੀ ਮਾਰਿਆ ਮਾਡਲ ਟਾਊਨ ਦਾ, ਉਹਨੂੰ ਬੈੱਡ ਨਹੀਂ ਮਿਲਿਆ ਤੇ ਵੈਂਟੀਲੇਟਰ ਨਹੀਂ ਮਿਲਿਆ, ਉਹ ਵਿਚਾਰੀ ਰਸਤੇ ਡੈਥ ਹੋ ਗਈ, ਉਹਨੂੰ ਉੱਥੋਂ ਲੈ ਕੇ ਕਿਸੇ ਹੋਰ ਹਸਪੀਟਲ ਸ਼ਿਫਟ ਕਰਨ ਦੇ ਵਿੱਚ ਡੀਐਮਸੀ ਨੇ ਬੈੱਡ ਨਹੀਂ ਦਿੱਤਾ। ਤੁਹਾਡੀਆਂ ਗੱਲਾਂ ਬਿਲਕੁਲ ਸਰਕਾਰੀ ਹਸਪੀਟਲ ਕਹਿੰਦੇ ਸਾਡੇ ਕੋਲ ਵੈਂਟੀਲੇਟਰ ਹੈ ਨਹੀਂ। ਚੀਜ਼ ਸੱਚ ਹੈ, ਇਹ ਲੋਕਾਂ ਸਾਹਮਣੇ ਆਈ ਹੈ, ਦਾਅਵੇ ਕਰਦੇ ਲੋਕਾਂ ਸਾਹਮਣੇ ਆਈ ਹੈ। ਤੁਹਾਡੀ ਸਰਕਾਰ ਦਾਅਵੇ ਕਿਉਂ ਕਰਦੀ ਹੈ? ਪੰਜਾਬ ਦੀ ਕੈਪਟਨ ਸਾਹਿਬ ਕਿਉਂ ਕਹਿੰਦੇ ਮੈਂ ਕਾਬੂ ਪਾ ਲਿਆ? ਪੰਜਾਬ ਦੇ ਵਿੱਚ ਇੱਕ ਮਿਸ਼ਨ ਫਤਿਹ ਪੂਰੀ ਤਰ੍ਹਾਂ ਫੇਲ ਹੈ। ਅੱਜ ਮਿਸ਼ਨ ਫਤਿਹ ਹੈ, ਸਾਰੇ ਖਤਮ ਹੈ ਇਹਨਾਂ ਦੇ। ਅੱਜ ਪੰਜਾਬ ਦੇ ਵਿੱਚ ਜਾਨ ਦੁਸ਼ਮਣ ਬਣੀ ਹੋਈ ਸਰ। ਇੱਕ ਦਿਨ ਦੇ ਵਿੱਚ ਸਾਰਾ ਕੁਝ ਠੀਕ ਨਹੀਂ ਹੋਣਾ, ਨਾ ਇਹ 10 ਸਾਲ ਚ ਹੋਇਆ। 4 ਮਹੀਨੇ ਹੋ ਚੁੱਕੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਮਿਸ਼ਨ ਫਤਿਹ ਨੂੰ ਤੁਹਾਨੂੰ ਜਿਨ੍ਹਾਂ ਨੇ ਸਰਕਾਰਾਂ ਚਲਾਈਆਂ, ਮਿਸ਼ਨ ਫਤਿਹ ਅੱਜ ਉਹ ਆਪਣੇ ਝਾਤੀ ਮਾਰ ਕੇ ਦੇਖ ਲੈਣ ਚਲਾਈਆਂ। ਉਹਨਾਂ ਨੇ ਸਿਵਲ ਹਸਪੀਟਲਾਂ ਨੂੰ ਸਰਕਾਰੀ ਪੰਜਾਬ ਦੇ ਕਿੰਨਾ ਕਮਿਟਮੈਂਟ ਕੀਤਾ। ਤੁਸੀਂ ਪੰਜਾਬ ਦੇ ਰੋਡ ਤੇ ਜਾ ਕੇ ਦੇਖੋ, ਆਪਾਂ ਰੋਲਾ ਸੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੜਕਾਂ ਬਣਾਈਆਂ ਜਾਂ ਕੰਪਲੈਕਸ ਬਣਾਏ ਜਾਂ ਸੁਵਿਧਾ ਸੈਂਟਰ ਬਣਾਏ, ਤੁਸੀਂ ਆਂਦੇ ਸਾਰੇ ਬੰਦ ਕਰਤੇ। ਤੁਸੀਂ ਨੀਲੇ ਕਾਰਡ ਕਰਦੇ, ਉਹ ਵੀ ਸੁਪਰੀਮ ਕੋਰਟ ਹਾਈ ਕੋਰਟ ਤੇ ਆਪਾਂ ਰਹੀਏ ਨੀਲੇ ਕਾਰਡ ਬਹਾਲ ਕਰਾਏ। ਚਲੋ ਆਪਾਂ ਰਾਸ਼ਨ ਤੁਹਾਡੀ ਸਰਕਾਰ ਖਾ ਗਈ। ਆਪਾਂ ਅੱਜ ਦੀ ਗੱਲ ਕਰੀਏ, ਅੱਜ ਦੀ ਗੱਲ ਕਰੀਏ। ਮੈਂ ਇੱਕੋ ਗੱਲ ਕਰਨਾ, ਠੋਕ ਕੇ ਕਰਨਾ ਕਿ ਇੱਕ ਦਿਨ ਚ ਸਿਵਲ ਹਸਪੀਟਲ ਨਹੀਂ ਬਣੇ ਸੀ। ਇਹ ਸਾਰੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਔਰ ਮਨ ਭਾਗਾ ਸਾਡੇ ਲੋਕਾਂ ਲਈ ਕਿ ਅਸੀਂ ਸਿਵਲ ਹਸਪੀਟਲ ਨੂੰ ਸਿਰਫ ਸਰਕਾਰੀ ਕੇਸਾਂ ਲਈ ਰੱਖ ਲਿਆ ਸੀ, ਲੋਕਾਂ ਦਾ ਇਲਾਜ ਉੱਥੇ ਨਹੀਂ ਹੁੰਦਾ ਸੀ। ਚਲੋ ਪੁੱਛ ਲੈਣੇ। ਹਾਂਜੀ ਲਾਸਟ ਜੀ ਮੈਂ ਇੱਥੇ ਬੇਨਤੀ ਕਰਾਂਗਾ ਕਿ ਉੱਥੇ ਇੱਕ ਹੋਰ ਵੀ ਖਬਰ ਆਈ ਹੈ ਕਿ ਉੱਥੇ ਮ੍ਰਿਤਕ ਪਰਿਵਾਰਾਂ ਨੂੰ ਡਰਾਇਆ ਵੀ ਜਾ ਰਿਹਾ ਔਰ ਉਹਨਾਂ ਨੂੰ ਇਹ ਡਰਾਇਆ ਜਾ ਰਿਹਾ ਵੀ ਤੁਸੀਂ ਇਹਦਾ ਫਟਾਫਟ ਸੰਸਕਾਰ ਕਰੋ। 1 ਨੰਬਰ 2, ਜਿੱਥੇ ਤੱਕ ਇਹਨਾਂ ਨੇ ਕਿਹਾ ਕਿ ਉਹ ਡੈੱਡ ਬੋਡੀ ਪ੍ਰਾਈਵੇਟ ਹਸਪੀਟਲ ਦੀ ਸੀ। ਜੇ ਸਰਕਾਰੀ ਹਸਪੀਟਲ ਦੇ ਵਿੱਚ ਇਲਾਜ ਅਵੇਲੇਬਲ ਹੈਗਾ ਤਾਂ ਲੋਕ ਪ੍ਰਾਈਵੇਟ ਹਸਪੀਟਲ ਕਿਉਂ ਜਾਣਗੇ? ਦਿੱਲੀ ਦੀ ਸਰਕਾਰ ਜਿਹੜੀ ਹੈ ਉਹ ਇੱਕ ਧਾਰਮਿਕ ਸੰਸਥਾ ਹੈਗੀ ਰਾਧਾ ਸਵਾਮੀ ਸਤਸੰਗ ਵਾਲੇ, ਉਹਨਾਂ ਨਾਲ ITBP ਨਾਲ ਕੇਂਦਰ ਸਰਕਾਰ ਨਾਲ ਮਿਲ ਕੇ ਕੁਝ ਹੀ ਦਿਨਾਂ ਦੇ 10,000 ਬੈੱਡ ਜਿਹੜਾ ਮੁਹੱਈਆ ਕਰਾ ਸਕਦੀ ਹੈ। ਪੰਜਾਬ ਦੇ ਵਿੱਚ ਰਾਧਾ ਸਵਾਮੀ ਸਤਸੰਗ ਘਰ ਦੇ ਬਹੁਤ ਸਾਰੇ ਸਤਸੰਗ ਘਰ ਹੈਗੇ ਆ, ਉਹਨਾਂ ਨੇ ਆਫਰਾਂ ਵੀ ਕੀਤੀਆਂ ਹੋਈਆਂ ਵੀ ਸਾਡੇ ਸਤਸੰਗ ਘਰ ਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਮੈਂ ਬੇਨਤੀ ਇੱਥੇ ਕਰਨਾ ਚਾਹਾਂਗਾ, ਸਾਨੂੰ ਪੰਜਾਬ ਦੇ ਹੈਲਥ ਸਿਸਟਮ ਨੂੰ ਵੀ ਠੀਕ ਕਰਨਾ ਪਏਗਾ। ਅੱਜ ਮਹਿੰਗਾਈ ਇੰਨੀ ਦੇ ਨਾਲ ਮਰੀਜ਼ ਇਲਾਜ ਕਰਾ, ਅੱਜ ਮਹਿੰਗਾਈ ਇੰਨੀ ਹੋ ਗਈ ਹੈ ਢਿੱਲੋਂ ਸਾਹਿਬ, ਮਹਿੰਗਾਈ ਅੱਜ ਇੰਨੀ ਹੋ ਗਈ ਹੈ ਕਿ ਲੋਕਾਂ ਦਾ ਇਲਾਜ ਪ੍ਰਾਈਵੇਟ ਹਸਪੀਟਲ ਕਿੰਨਾ ਮਹਿੰਗਾ ਹੋ ਗਿਆ ਔਰ ਇਹ ਨਾ ਡੀਜ਼ਲ ਦੇ ਰੇਟ ਘਟਾ ਰਹੇ ਆ ਨਾ ਪੈਟਰੋਲ ਦੇ ਰੇਟ ਘਟਾ ਰਹੇ ਆ, ਤਾਂ ਬਿਜਲੀ ਦੇ ਰੇਟ ਵਧ ਰਹੇ, ਬਿਜਲੀ ਦੇ ਰੇਟ ਵਧਾ ਰਹੇ ਆ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ 8 ਰੁਪਏ 36 ਪੈਸੇ ਜਿਹੜਾ ਹੈਗਾ 16% ਜਿਹੜੀ ਵੈਟ ਹੈ ਉਹ ਘਟਾਇਆ, ਆਪਣੇ ਪ੍ਰੋਫਿਟ ਚੋਂ ਘਟਾਇਆ। ਇਦਾਂ ਦਾ ਡਿਸੀਜਨ ਚਲੋ ਅਸੀਂ ਕੈਪਟਨ ਸਾਹਿਬ ਨੂੰ ਵੀ ਕਹਾਂਗੇ ਤੁਸੀਂ ਵੀ ਘਟਾਓ, ਕਿਉਂਕਿ ਵਿਰੋਧੀ ਵੀ ਕਹਿ ਰਹੇ ਲੋਕ ਪਹਿਲੀ ਮਹਿੰਗਾਈ ਤੋਂ ਹਾਹਾਕਾਰ ਪੈ ਰਹੇ ਆ। ਬਾਦਲ ਸਾਹਿਬ ਦਾ ਕਿਤਾ ਹੈ ਕੰਪਰੋਮਾਈਜ਼ ਬਿਜਲੀ ਦਾ, ਉਤਨਾ ਇੱਥੇ ਪੈ ਰਹੇ। ਅਸੀਂ 5.5 ਰੁਪਏ ਦੇ ਰਹੇ, ਤੁਸੀਂ ਕਿੰਨੀ ਦੇ ਰਹੇ ਹੋ? 11 ਰੁਪਏ। ਚਲੋ ਅਸੀਂ ਆਪਾਂ ਬਿਜਲੀ ਦੇ ਮੁੱਦੇ ਤੇ ਚਲੋ ਇਹਦੇ ਮੁੱਦੇ ਤੇ ਵੀ ਗੱਲ ਬਾਅਦ ਚ ਕਰਾਂਗੇ, ਲੇਕਿਨ ਦਰਸ਼ਕਾਂ ਨੂੰ ਪਤਾ ਲੱਗ ਗਿਆ ਵੀ ਮਹਿੰਗਾਈ ਦੇ ਦੌਰ ਦੇ ਵਿੱਚ ਵੀ ਕਈ ਸਰਕਾਰਾਂ ਜੇ ਚਾਹਣ ਤੱਕ ਬਹੁਤ ਕੁਝ ਕਰ ਸਕਦੀਆਂ, ਐਸੀ ਗੱਲ ਨਹੀਂ ਹੈ। ਲੇਕਿਨ ਲਾਸਟ ਸਵਾਲ ਸਾਰਿਆਂ ਕੋਲ ਇੱਕੋ ਹੀ ਹੈ, ਇੱਕ ਮੈਂ ਆਨਸਰ ਚਾਹੁੰਦਾ ਵੀ ਇਸ ਦੁਖਦਾਈ ਘਟਨਾ ਦੀ ਜ਼ਿੰਮੇਦਾਰ ਕਿਹਨੂੰ ਠਹਿਰਾਉਂਦੇ ਹੋ, ਸਰਕਾਰਾਂ ਨੂੰ ਕਿ ਜਾਂ ਫਿਰ ਪ੍ਰਸ਼ਾਸਨ ਨੂੰ? ਹਾਂਜੀ ਢਿੱਲੋਂ ਸਾਹਿਬ ਲਾਸਟ, ਜ਼ਿਆਦਾ ਬਹਿਸ ਨਹੀਂ। ਹਾਂਜੀ ਮੌਜੂਦਾ ਸਰਕਾਰ ਜ਼ਿੰਮੇਵਾਰ ਹੈ ਜੀ, ਮੌਜੂਦਾ ਉੱਥੋਂ ਦੇ ਹਲਕਾ MLA ਜ਼ਿੰਮੇਵਾਰ ਨੇ ਜੀ, ਮੌਜੂਦਾ ਉੱਥੋਂ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਜੀ। ਜਿਹੜਾ ਵੀ ਉੱਥੇ ਬਣਦੀ ਕਾਰਵਾਈ ਸਖਤ ਤੋਂ ਸਖਤ ਕਰਕੇ ਉਹਨਾਂ ਪਰਿਵਾਰਾਂ ਨੂੰ, ਇਹ ਨਹੀਂ ਆਪਾਂ ਠੰਡੇ ਬਸਤੇ ਦੀ ਗੱਲ ਪਾ ਦਈਏ, ਜਲਦੀ ਤੋਂ ਜਲਦੀ ਇਨਸਾਫ ਦੇਣਾ ਚਾਹੀਦਾ। ਜਿਹੜੀ ਉਹਨਾਂ ਬਣਦਾ 25 ਲੱਖ ਮੁਆਵਜ਼ਾ ਪਲੱਸ ਸਰਕਾਰੀ ਨੌਕਰੀ ਉਹ ਵੀ ਦੇ ਕੇ ਉਹਨਾਂ ਦੇ ਦੁਬਾਰਾ ਚੁੱਲ੍ਹੇ ਬਲਣ ਨਾ ਕਿ ਦੁਬਾਰਾ। ਹਾਂਜੀ ਮਹਿਤਾ ਸਾਹਿਬ ਕਿਹਨੂੰ ਤੁਸੀਂ ਜ਼ਿੰਮੇਵਾਰ ਠਹਿਰਾਉਂਦੇ ਹੋ? ਦੇਖੋ ਜ਼ਿੰਮੇਵਾਰ ਸਰਕਾਰ ਤੁਹਾਡੀ ਹੈ, ਤੁਸੀਂ ਦੱਸੋ। ਦੋਨੀ ਧੜੇ ਜ਼ਿੰਮੇਵਾਰ ਹੈ, ਪ੍ਰਸ਼ਾਸਨ ਔਰ ਸ਼ਾਸਕ। ਲੇਕਿਨ ਕਰੈਕਟਰ ਸਾਡੀ ਵਿਪਕਸ਼ ਨੂੰ ਵੀ ਆਪਣਾ ਦਿਖਾਣਾ ਪਊਗਾ, ਤਾਂ ਹੀ ਇੱਥੇ ਕੋਈ ਅੱਛੀ ਸੋਚ ਲੈ ਕੇ ਇੱਕ ਸਾਂਝਾ ਲੋਕਾਂ ਦੇ ਹਿੱਤ ਦੀ ਗੱਲ ਹੋ ਸਕਦੀ ਹੈ। ਜੇ ਆਰੋਪਬਾਜ਼ੀ ਦੀ ਰਵੇ ਕਿ ਕੱਲ ਨੂੰ ਕੋਈ ਦੂਜਾ ਬੈਠਾ ਉਹਦਾ ਦੂਜਾ ਕਾਨੂੰਨ ਸਾਹਮਣੇ ਬੈਠਾ ਦੂਜਾ ਕਾਨੂੰਨ, ਇਹ ਲੋਕਾਂ ਦੇ ਹਿੱਤ 'ਚ ਨਹੀਂ ਹੋ ਸਕਦਾ। ਇਦਾਂ ਮਜਬੂਰ ਜਿਹੜੇ ਲੋਕ ਮਰ ਰਹੇ ਨੇ ਉਹਨਾਂ ਦੀ ਸੁਣਵਾਈ ਕਰਨ ਵਾਲਾ ਫਿਰ ਕੋਈ ਨਹੀਂ ਹੋਊਗਾ। ਮੈਂ ਇਹੀ ਮੰਨਦਾ ਕਿ ਸਾਨੂੰ ਸਾਰਿਆਂ ਨੂੰ ਆਪਣਾ ਕਰੈਕਟਰ ਸੁਧਾਰਨਾ ਪਊਗਾ, ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਪਊਗਾ। ਹਾਂਜੀ
ਮੈਂ ਇੱਕ ਗੱਲ ਇੱਥੇ ਕਨਕਲੂਡ ਕਰਾਂਗਾ। ਦੇਖੋ ਜੀ, ਜ਼ਿੰਮੇਵਾਰੀ ਤਾਂ ਸਾਰਿਆਂ ਦੀ ਬਣਦੀ ਹੈ। ਮੈਂ ਇੱਕ ਵਾਰੀ ਸਰਦਾਰਾ ਸਿੰਘ ਜੋਹਲ ਸਾਹਿਬ ਨੂੰ ਸੁਣ ਰਿਹਾ ਸੀ, ਜਿਹੜੇ ਕਿਸਾਨ ਮਾਹਰ ਹੈਗੇ ਆ ਔਰ ਕਿਸਾਨ ਵਿਗਿਆਨੀ ਹੈਗੇ ਆ, ਵਾਈਸ ਚਾਂਸਲਰ ਵੀ ਰਹੇ ਆ ਸੈਂਟਰਲ ਯੂਨੀਵਰਸਿਟੀ ਦੇ। ਉਹ ਆਪਣੀ ਇੰਟਰਵਿਊ ਦੇ ਵਿੱਚ ਕਹਿ ਰਹੇ ਸੀ, ਜਿਸ ਘਰ ਦੀ ਜਿਹੜੀ ਛੱਤ ਆ ਨਾ ਉਹ ਚੌਂਦੀ ਹੋਵੇ ਨਾ, ਉਹਦਾ ਫਰਸ਼ ਕਦੇ ਸਾਫ਼ ਨਹੀਂ ਰਹਿ ਸਕਦਾ। ਕੈਪਟਨ ਅਮਰਿੰਦਰ ਸਿੰਘ ਸਾਹਿਬ ਤੋਂ ਲੈ ਕੇ ਮੰਤਰੀ ਐਮਐਲਏ ਤੋਂ ਲੈ ਕੇ ਇਲਾਕੇ ਦਾ ਜਿਹੜਾ ਐਸਐਚਓ ਹੈ ਜਾਂ ਹੋਰ ਜਿਹੜੇ ਪੁਲਿਸ ਦੇ ਮਹਿਕਮੇ ਦੇ ਲੋਕ ਹੈ, ਖੁਫੀਆ ਏਜੰਸੀ ਦੇ ਲੋਕ ਹੈਗੇ ਆ, ਉਹ ਸਾਰੇ ਇਹਦੇ ਵਿੱਚ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ। ਜਿਹਦਾ ਰੋਲ ਹੈਗਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਜ਼ਿੰਮੇਵਾਰੀ ਉੱਪਰੋਂ ਥੱਲੇ ਆਂਦੀ ਹੈ। ਔਰ ਜਦੋਂ ਉੱਪਰੋਂ ਥੱਲੇ ਆਪਾਂ ਨੂੰ ਕਰਦੇ ਆ ਤਾਂ ਸਾਰੇ ਆਂਦੇ ਆ, ਪੁਲਿਸ ਮਹਿਕਮੇ ਦੇ ਐਸਐਚਓ ਆਂਦਾ, ਐਮਐਲਏ ਆਂਦਾ, ਉੱਥੇ ਦਾ ਚੇਅਰਮੈਨ ਆਂਦਾ, ਮੰਤਰੀ ਆਂਦੇ ਆ, ਮੁੱਖ ਮੰਤਰੀ ਆਂਦੇ ਆ। ਇਸ ਕਰਕੇ ਜ਼ਿੰਮੇਵਾਰੀ ਸਾਰਿਆਂ ਦੀ ਬਣਦੀ ਹੈ। ਚਲੋ, ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ, ਪਰ ਸਾਨੂੰ ਫਿਰ ਵੀ ਇੱਕ ਤੇ ਨਿਸ਼ਾਨਾ ਤਾਂ ਜ਼ਰੂਰ ਰੱਖਣਾ ਪਏਗਾ ਵੀ ਸਭ ਤੋਂ ਵੱਡੀ ਗੱਲ ਜਿਹੜੀ ਸਰਕਾਰ ਤੇ ਆਂਦੀ ਆ, ਔਰ ਵਿਰੋਧੀਆਂ ਨੇ ਨਿਸ਼ਾਨਾ ਸਾਧ ਦਿੱਤਾ, ਧਰਨੇ ਤੇ ਵੀ ਬਹਿ ਗਏ ਨੇ ਪਿਛਲੀਆਂ ਜਿਹਨਾਂ ਨੇ ਸਰਕਾਰਾਂ ਦੇ ਸੂਬੇ ਤੇ ਰਾਜ ਵੀ ਕੀਤਾ। ਲੇਕਿਨ ਸੋਚਣ ਵਾਲੀ ਗੱਲ ਹੈ ਵੀ ਕੀ ਇਹ ਸਿਰਫ ਇਦਾਂ ਹੀ ਮੁੱਦੇ ਬਣ ਕੇ ਰਹਿ ਜਾਣਗੇ ਕਿ ਜਾਂ ਧਰਨੇ ਦੇ ਕੇ ਰਹਿ ਜਾਣਗੇ, ਕਿ ਜਾਂ ਵਾਕਈ ਉਹਨਾਂ ਦੋਸ਼ੀਆਂ ਨੂੰ ਹੱਥ 'ਚ ਨੱਥ ਪਾਈ ਜਾਊਗੀ ਜਿਹੜੇ ਅਸਲੀ ਇਹਦੇ ਗੁਨਾਹਗਾਰ ਆ। ਕਿਉਂਕਿ ਹਰ ਘਟਨਾਵਾਂ ਦੇ ਪਿੱਛੇ ਅਸੀਂ ਦੇਖਿਆ ਵੀ ਦੂਸਰੇ ਲੋਕ ਤਾਂ ਜ਼ਿਆਦਾ ਫੜੇ ਜਾਂਦੇ ਨੇ, ਜਿਹੜੇ ਅਸਲੀ ਲੋਕ ਆ ਬਚ ਜਾਂਦੇ ਨੇ। ਪਹਿਲਾਂ ਵੀ ਇਸੇ ਤਰੀਕੇ ਨਾਲ ਹੋਇਆ ਵੀ ਹਾਲੇ ਤੱਕ ਜਿਹੜੇ ਅਸਲੀ ਮਗਰਮੱਛ ਹੈ ਉਹ ਨਹੀਂ ਫੜੇ ਗਏ। ਇਸ ਜਿਹੜੀ ਸ਼ਰਾਬ ਦੀ ਤਸਕਰੀ ਆ ਇਹ ਬਹੁਤ ਵੱਡੇ ਲੈਵਲ ਤੇ ਹੋ ਰਹੀ ਹੈ, ਔਰ ਇਹਨੂੰ ਰੋਕਣਾ ਸਰਕਾਰਾਂ ਦਾ ਕੰਮ ਹੈ, ਕਿਉਂਕਿ ਸਰਕਾਰਾਂ ਨੇ ਅੱਗੇ ਪ੍ਰਸ਼ਾਸਨ ਨੂੰ ਸਾਹਮਣਾ, ਉਹਨਾਂ ਨੇ ਅੱਗੇ ਆਦੇਸ਼ ਦੇਣੇ ਆ ਤੇ ਪ੍ਰਸ਼ਾਸਨ ਨੇ ਹੀ ਅੱਗੇ ਦੇਖਣਾ, ਚਾਹੇ ਉਹ ਪੁਲਿਸ ਪ੍ਰਸ਼ਾਸਨ ਆ, ਚਾਹੇ ਉਹ ਹੈਲਥ ਪ੍ਰਸ਼ਾਸਨ ਆ, ਚਾਹੇ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ। ਸਰਕਾਰਾਂ ਨੇ ਦੇਖਣਾ। ਇਹਦਾ ਮਤਲਬ ਅਗਰ ਸਰਕਾਰਾਂ ਦੀ ਥੱਲੇ ਨੋਕ ਥੱਲੇ ਉਹਨਾਂ ਦੇ ਨੱਕ ਥੱਲੇ ਕੰਮ ਹੋ ਰਿਹਾ ਤੇ ਨਜ਼ਲਾ ਤਾਂ ਸਿਰਫ ਸਰਕਾਰ ਤੇ ਗਿਰਨਾ। ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਇਹ ਫੈਸਲਾ ਲੈਣਾ ਪਊਗਾ ਵੀ ਅਸੀਂ ਕਿੰਨੀ ਕੁ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਹਾਂ। ਜੇ ਇਸੇ ਤਰੀਕੇ ਨਾਲ ਜ਼ਿੰਮੇਵਾਰੀ ਨਾਲ ਕੰਮ ਹੋਇਆ, ਫਿਰ ਜਿਸ ਤਰੀਕੇ ਨਾਲ ਪੈਨਲ ਤੋਂ ਆਇਆ ਵੀ 2022 ਦੇ ਵਿੱਚ ਲੋਕਾਂ ਨੇ ਫਿਰ ਸਬਕ ਸਿਖਾ ਦੇਣਾ, ਕਿਉਂਕਿ ਇਹ ਦੁਖਦਾਈ ਘਟਨਾ ਜ਼ਿੰਦਗੀ ਭਰ ਉਹ ਨਹੀਂ ਭੁੱਲ ਸਕਦਾ ਜਿਹਦਾ ਘਰ ਦਾ ਜੀ ਚਲੇ ਗਿਆ। ਔਰ ਇਹਦੇ ਤੇ ਮੈਂ ਸਪੈਸ਼ਲ ਤੌਰ ਤੇ ਚੈਨਲ ਨੂੰ ਆਪਣੇ ਸਾਰੇ ਵੱਲੋਂ ਇਹੀ ਕਹੂੰਗਾ ਸਰਕਾਰਾਂ ਨੂੰ ਵੀ ਇਸ ਤਰੀਕੇ ਦੀ ਇੱਥੇ ਸਿਆਸਤ ਨਾ ਹੋਵੇ, ਔਰ ਉਹਨਾਂ ਦੋਸ਼ੀਆਂ ਤੇ ਨੱਥ ਪਾਈ ਜਾਵੇ, ਉਹਨਾਂ ਨੂੰ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਵੇ, ਤਾਂ ਕਿ ਹੋਰ ਕੋਈ ਜ਼ਿੰਦਗੀ 'ਚ ਇਸ ਤਰੀਕੇ ਦੀ ਜਿਹੜੀ ਇਹ ਘਨੌਲੀ ਹਰਕਤ ਆ ਉਹ ਨਾ ਕਰੇ, ਔਰ ਇਸ ਤਰੀਕੇ ਦਾ ਜਿਹੜੇ ਆ ਇਹ ਜ਼ਹਿਰੀਲੇ ਜਾਮ ਪਲਾਨ ਦੀ ਹਿੰਮਤ ਹੀ ਨਾ ਕਰੇ। ਇਸ ਤਰੀਕੇ ਦਾ ਕਾਨੂੰਨ ਵੀ ਬਣਨਾ ਚਾਹੀਦਾ, ਔਰ ਜਿਸ ਤਰੀਕੇ ਨਾਲ ਆਇਆ ਵੀ ਜੁਡੀਸ਼ਰੀ ਜਾਂਚ ਹੋਣੀ ਚਾਹੀਦੀ ਹੈ, ਚਾਹੇ ਸਾਬਕਾ ਕੋਈ ਵੀ ਸਾਡੇ ਰਿਟਾਇਰਡ ਜੱਜ ਹੋਣ ਜਾਂ ਹੋਰ, ਅਸਲੀ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਆ। ਇਹ ਸਿਆਸੀ ਗਲਿਆਰੇ 'ਚ ਨਾ ਮੁੱਦੇ ਰਹਿਣ। ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਦੇਸ਼ ਬਣਨ ਦਿਓ ਇਜਾਜ਼ਤ, ਔਰ ਪੈਨਲ ਦੇ ਵਿੱਚ ਆਏ ਤੁਹਾਡੇ ਸਾਰੇ ਬੁੱਧੀਜੀਵੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਤੁਸੀਂ ਸਮਾਂ ਕੱਢ ਕੇ ਇੱਥੇ ਆਏ ਨੇ।